ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਭਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਨਿੱਘੀ ਗੋਦ ਵਿੱਚ बड़े ही प्रेम सहित जुड़ बैठ करके शाम दे सोहने दीवाना दा आप जी आनंद मान रहे हो। शुभ समा सतगुरां ने बख्शिश कीता है, जिस नूं आप जी निता प्रत सफलियां बनाउंदे हो। अज भी सतगुरां दी किरपा सदका गुरु चरनां विच सारे ही सुशोभित होए हाँ। कल शाम दे दीवानां दे विच सतगुरां दे चोज आप जियां ने सरवण कीते सन। लखनौर साहिब दी पावन धरती ते गोबिंद राय जी बचपन दी लीला वरता रहे ने। अज घरों निकले ने बच्चियां दे नाल खेडण वास्ते। पिंड तो काफी दूर जिस वेले पुजे ने कुड़ाम दा रहण वाला पीर भीखमशाह सतगुरां दा अपने करीब नगर विच आउणा सुन के मुरीदां दे सहित दर्शन करन दे वास्ते लखनौर साहिब पुजे है। आके चरना ते मत्था टेके है, गोद विच सतगुरां नूं चुक के बच्चियां तो दूर लै गए है। नाले सतगुरां दे चरनां नूं स्पर्श करदा है, नाले अंदर दियां बुझारतां पाउंदा है। सब कुछ दस दिता है गोबिंद राय जियां ने साडे पिता जी क्यों शहादत दा जाम देण गए ने, की आउण वाले समय विच होना है। पीर ने आखिया सतगुर जी तुहाडे खालसे दे राज विच किते मेरा लंगर बंद ना हो जाए। बड़े प्यार विच सतगुर कहंदे पीर जी मेरे खालसे दा राज होएगा, जेड़ा तेरे लंगर नूं बंद करेगा ओदी कुल खत्म हो जाएगी, जग ते रहेगा नहीं। पीर भीखमशाह जी ये बचन सुन के बड़े खुश ते प्रसन्न होए। सतगुरां दे चरनां दी धूड़ नूं चुक चुक मस्तक नाल मत्थे नाल लाउंदे ने। इत्थों तक पावन प्रसंगां नूं आप जियां ने सरवण कीता। आओ कुछ समा सांझ पाइए, रसना कुर पवित्र गज वज के प्रेम सहित जपो जी सतनाम श्री वाहिगुरु साहिब जी। सतनाम श्री वाहिगुरु साहिब जी। इत्यादिक कुछ आन बखानत, गोद उठाए तित को आनत। दीन दुनिया दे मालक गुरु गोबिंद सिंह साहब सच्चे पातशाह जो बचपन दी उमर दे विच ने बच्चियां दे नाल खेडदे पीर भीखमशाह दी गोद विच हन। सतगुरां ने पीर दे हिरदे दे वलवलियां नूं जाणदे होए उन्हां दे जवाब अपने आप ही दे दित्ते। आख दिता पीर जी असी लंगर बंद करन वाले नहीं, साडा खालसा ते भुखियां नूं भोजन छकाउण वाला है। जो तेरे लंगरां नूं बंद करने आएगा ओदे पल्ले कख नहीं रहेगा, तेरा टुकड़ा कोई बंद नहीं कर सकता। पीर जी सुन के बड़े प्रसन्न होए। कहंदे 1.5 ਤੋਂ 2 घंटे पीर भीखमशाह दशमेश जियां नूं गोद विच लेके बचन बलास करदे रहे। हाथन साथ बलोसत चरणं
ਜਨ ਕੇ ਹਰਨ ਜਨਮ ਅਰ ਮਰਨ। ਚਿੱਤ ਨਹੀਂ ਕਰਦਾ ਸਤਿਗੁਰਾਂ ਨੂੰ ਆਪਣੀ ਗੋਦ ਵਿੱਚੋਂ ਲਾ ਦਿਆਂ। ਦਸ਼ਮੇਸ਼ ਜੀਆਂ ਦੇ ਚਰਨਾਂ ਨੂੰ ਪੀਰ ਭੀਖਮ ਸ਼ਾਹ ਹੱਥਾਂ ਨਾਲ ਪਲੋਸ ਰਹੇ ਨੇ। ਕਿੰਨਾ ਸੁਭਾਗ ਸਮਾਂ ਹੋਣਾ ਕਲਗੀ ਵਾਲੇ ਪਿਤਾ ਜੀ ਦੀ ਗੋਦ ਵਿੱਚ ਚੜੇ ਹੋਏ ਮੁਰੀਦ ਵੇਖ ਰਹੇ ਨੇ। ਪੀਰ ਭੀਖਮ ਸ਼ਾਹ ਦੇ ਨਾਲ ਆਉਣ ਵਾਲੇ ਜਿਹੜੇ ਬਰਾਬਰ ਦੇ ਪੀਰ ਸੀ, ਜੋ ਅੰਦਰੋਂ ਖਾਲੀ ਨੇ ਅੰਦਰੋਂ ਸਖਣੇ ਨੇ, ਉਹ ਜ਼ਹਿਰ ਨਾਲ ਭਰ ਗਏ। ਜਿਵੇਂ ਕਾਜੀ ਮੁੱਲਾ ਤੜਫਦੇ ਨੇ, ਮਨ 'ਚ ਬੜਾ ਦੁੱਖ ਹੈ। ਇੱਕ ਸਨਾਤਨ ਮਤ ਦੇ ਬੱਚੇ ਨੂੰ ਗੋਦ ਵਿੱਚ ਪੀਰ ਜੀ ਚੁੱਕ ਕੇ ਮੱਥਾ ਟੇਕਦੇ ਨੇ, ਪਰ ਸਭ ਅੰਦਰੋਂ ਅਣਜਾਣ ਨੇ, ਕਿਸੇ ਨੂੰ ਅੰਦਰ ਦਾ ਗਿਆਨ ਨਹੀਂ। ਜਹ ਬਾਲਕ ਮਹਿ ਖੇਲਤ ਆਗੇ ਤੇਹ ਥਾਂ ਗੋਦ ਉਤਾਰ ਸੁਭਾਗੇ। ਪੀਰ ਭੀਖਮ ਸ਼ਾਹ ਘੁੜਾਮ ਵਾਲੇ ਬ੍ਰਹਮ ਗਿਆਨੀ ਨੇ, ਅੰਦਰ ਦੀਆਂ ਸਾਰੀਆਂ ਕਲਾ ਜਾਣਦੇ ਨੇ। ਦਸ਼ਮੇਸ਼ ਜੀਆਂ ਨੂੰ ਲੈ ਕੇ ਆਏ ਨੇ, ਜਿੱਥੇ ਬੱਚੇ ਖੇਡਦੇ ਨੇ ਲਿਆ ਕਰਕੇ ਉੱਥੇ ਹੀ ਲਾ ਦਿੱਤਾ। ਚਰਨਾਂ ਤੇ ਮੱਥਾ ਟੇਕਿਆ, ਨੇਤਰ ਭਰ ਕੇ ਸਤਿਗੁਰਾਂ ਦਾ ਸੋਹਣਾ ਜਿਹਾ ਮੁਖੜਾ ਵੇਖ ਰਹੇ ਨੇ। ਕਿਉਂਕਿ ਬੱਚਿਆਂ ਨਾਲ ਖੇਡਦੇ ਖੇਡਦੇ ਧੂੜ ਮਿੱਟੀ ਮੁਖੜੇ ਤੇ ਚਿਹਰੇ ਤੇ ਪਈ ਹੋਈ ਹੈ, ਪਰ ਇਹ ਚਿਹਰਾ ਅਜੇ ਵੀ ਮੁਸਕਰਾਉਂਦਾ ਹੈ। ਹੁਣ ਗੋਬਿੰਦ ਰਾਏ ਜੀ ਨੇ ਕਿਸੇ ਗੱਲ ਦਾ ਜਵਾਬ ਨਾ ਦਿੱਤਾ। ਅੱਖਾਂ ਭਰ ਕੇ ਨਜ਼ਰਾਂ ਭਰ ਕੇ ਪੀਰ ਨੂੰ ਤੱਕਦੇ ਨੇ। ਕਦਮ ਪਦਮ ਕੋ ਸਿਜਦਾ ਕੀਨਾ ਹਿਰਦੇ ਧਿਆਨ ਸੋਈ ਧਰ ਲੀਨਾ। ਚਿੱਤ ਨਹੀਂ ਕਰਦਾ ਸਤਿਗੁਰਾਂ ਨੂੰ ਛੱਡ ਕੇ ਚਲਿਆ ਜਾਵਾਂ। ਦਸ਼ਮੇਸ਼ ਜੀਆਂ ਦਾ ਚਿਹਰਾ ਪੀਰ ਜੀ ਨੇ ਨੇਤਰਾਂ ਨਾਲ ਕੈਪਚਰ ਕਰ ਲਿਆ, ਸਤਿਗੁਰਾਂ ਦੀ ਸੂਰਤ ਹਿਰਦੇ ਵਿੱਚ ਰੱਖ ਲਈ। ਹੁਣ ਜਦ ਵੀ ਸੋਚਿਆ ਮੈਂ ਗੁਰਾਂ ਦਾ ਧਿਆਨ ਧਰਾਂ, ਇਸ ਚਿਹਰੇ ਦਾ ਧਰਾਂ। ਗੁਰੂ ਦੀ ਤਸਵੀਰ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਮਨ ਦਾ ਇਹ ਮੰਤਰ ਪੀਰ ਜੀਆਂ ਬਣਾਇਆ ਵੀ ਦਸ਼ਮੇਸ਼ ਜੀਆਂ ਨੂੰ ਜਦ ਵੀ ਯਾਦ ਕਰਾਂ ਇਸ ਚਿਹਰੇ ਨਾਲ ਕਰਨਾ। ਮਨੁੱਖ ਜਦ ਵੀ ਕਿਸੇ ਨੂੰ ਜ਼ਿੰਦਗੀ ਵਿੱਚ ਮਿਲਦਾ, ਭਾਵੇਂ ਧਰਮ ਦੀ ਦੁਨੀਆ, ਸੰਸਾਰ ਦੀ ਦੁਨੀਆ, ਜਿਹੜਾ ਚਿਹਰਾ ਅਸੀਂ ਇੱਕ ਵਾਰ ਵੇਖ ਲਈਏ ਸਾਡੀ ਮੈਮਰੀ ਚਿੱਪ 'ਚ ਫਿੱਟ ਹੋ ਜਾਂਦਾ ਹੈ। ਉਹ ਮਨੁੱਖ 20 ਸਾਲ ਬਾਅਦ 25 ਸਾਲ ਬਾਅਦ ਮਿਲੇ, ਮਨੁੱਖ ਖੜਾ ਸੋਚਦਾ ਇਹਨੂੰ ਕਿਤੇ ਦੇਖਿਆ, ਅੰਦਰ ਦੀ ਮੈਮਰੀ 'ਚੋਂ ਧਿਆਨ ਪੈਂਦਾ ਤੇ ਯਾਦ ਆਉਂਦਾ ਇਹਨੂੰ ਫਲਾਣੀ ਥਾਂ ਤੇ ਵੇਖਿਆ। ਇਹ ਉਹ ਹੈ। ਇਸੇ ਤਰ੍ਹਾਂ ਗੁਰੂ ਦਾ ਸਿੱਖ, ਰੱਬ ਦਾ ਪਿਆਰਾ, ਆਪਣੇ ਸੱਜਣ ਵਾਹਿਗੁਰੂ ਦਾ ਚਿਹਰਾ ਹਿਰਦੇ 'ਚ ਰੱਖ ਲੈਂਦਾ। ਪੀਰ ਭੀਖਮ ਸ਼ਾਹ ਜੀ ਨੇ ਸਜਦਾ ਕੀਤਾ, ਸਤਿਗੁਰਾਂ ਤੋਂ ਆਗਿਆ ਮੰਗੀ ਐ। ਗਮਨਿਓ ਬਹੁਰ ਆਪਨੇ ਥਾਨ ਮਨ ਹੀ ਮਨ ਆਨੰਦ ਮਹਾਨ। ਨਮਸਕਾਰ ਕਰਕੇ ਪੁੱਠੇ ਪੈਰਾਂ ਨਾਲ ਚੱਲਦੇ ਹੋਏ ਪੀਰ ਜੀ ਪਿੱਛੇ ਹੋਏ, ਪਿੱਠ ਨਹੀਂ ਕੀਤੀ। ਚਿੱਤ ਤੇ ਕਰਦਾ ਨਹੀਂ ਵਿਛੜ ਕੇ ਜਾਵਾਂ। ਦਸ਼ਮੇਸ਼ ਜੀਆਂ ਨੇ ਪੀਰ ਜੀ ਨੂੰ ਵਿਦਾਇਗੀ ਦਿੱਤੀ ਹੈ, ਬਸ ਫੇਰ ਹੌਕੀ ਚੁੱਕੀ ਹੈ ਤੇ ਸਾਥੀਆਂ ਨਾਲ ਖੇਡਣ ਲੱਗ ਗਏ। ਪਲਾਂ ਦੇ ਵਿੱਚ ਮਿੱਟੀ ਘੱਟਾ ਉਡਾ ਦਿੱਤਾ। ਪੀਰ ਦੀਨ ਜੋ ਪੀਰ ਵਿਸਾਲਾ ਰਹਿਓ ਨਿਹਾਰਤ ਥਿਰ ਤਿਸ ਕਾਲਾ। ਹੁਣ ਜਿਸ ਮੀਰ ਨੇ, ਜਿਸ ਛੋਟੇ ਜਿਹੇ ਸੂਬੇ ਨੇ ਪੀਰ ਭੀਖਮ ਸ਼ਾਹ ਨੂੰ ਪਿੰਡ ਦਿੱਤਾ ਸੀ ਠਸਕਾ, ਜੋ ਹਰਿਆਣੇ ਵਿੱਚ ਹੈ, ਇਸ ਥਾਂ ਤੇ ਬੜੀ ਦੇਰ ਬੈਠਦੇ ਰਹਿੰਦੇ ਸੀ। ਉਹਦੇ ਮਨ ਵਿੱਚ ਉਬਾਲ ਉੱਠਿਆ। ਕੁਦਰਤੀ ਗੱਲ ਹੈ, ਇੱਕ ਆਮ ਮੁਸਲਮਾਨ ਕਿਸੇ ਸਿੱਖ ਹਿੰਦੂ ਨੂੰ ਸਜਦਾ ਕਰੇ ਤੇ ਮੁਸਲਮਾਨ ਤੇ ਸੜ ਜੂਗਾ। ਇੱਕ ਸਿੱਖ ਵੀ ਮੰਦਿਰ ਵਿੱਚ ਜਾ ਕੇ ਮੱਥਾ ਟੇਕ ਕੇ ਵੇਖਣ ਵਾਲਾ ਸਿੱਖ ਆਪਾ ਖੋ ਜਾਏਗਾ। ਇਹ ਭੇਖੀ ਹੈ, ਦਿਖਾਵੇਬਾਜ਼ ਹੈ। ਹੁਣ ਪੀਰ ਭੀਖਮ ਸ਼ਾਹ ਦੀ ਅਵਸਥਾ ਸਾਰੇ ਥੋੜਾ ਜਾਣ ਸਕਦੇ ਸੀ। ਜਿਨ੍ਹਾਂ ਦੀ ਅਵਸਥਾ ਡੂੰਗੀ, ਜਿਨ੍ਹਾਂ ਦੇ ਖਿਆਲ ਉੱਚੇ, ਉਹਨਾਂ ਨੂੰ ਸਮਝਣ ਵਾਸਤੇ ਖਿਆਲ ਵੀ ਉੱਚੇ ਬਣਾਉਣੇ ਪੈਂਦੇ। ਉਹ ਮੀਰ ਸੀ, ਮੀਰ ਕਿਹਾ ਜਾਂਦਾ ਅਮੀਰ ਬਾਦਸ਼ਾਹ ਨੂੰ, ਅਮੀਰ ਲੋਕਾਂ ਨੂੰ। ਉਹ ਨਾਲ ਨਾਲ ਤੁਰਿਆ ਆਉਂਦਾ, ਮਨ ਵਿੱਚ ਬੜੇ ਸ਼ੰਕੇ ਨੇ, ਕਹਿੰਦਾ ਪੀਰ ਵੀ ਕਾਹਦੇ ਜੋਗਾ ਹੈ, ਕਾਹਦਾ ਪੀਰ ਹੈ ਜਿਹੜਾ ਬੱਚਿਆਂ ਨੂੰ ਮੱਥਾ ਟੇਕਦਾ ਏ। ਹਿਰਦੈ ਸੰਦੇਹ ਬਿਲੰਦ ਉਠਾਵਾ ਕਹਾ ਪੀਰ ਮਤ ਦੇ ਬਿਵਰਾਵਾ। ਬਸ ਮਨ ਦੇ ਵਿੱਚ ਸ਼ੰਕਾ ਕਰ ਲਿਆ, ਸਾਡਾ ਤੇ ਪੀਰ ਕਮਲਾ ਹੋ ਗਿਆ। ਮਨ ਹੀ ਮਨ ਖਿਆਲ, ਸ਼ੰਕਾ ਜਿੰਨਾ ਮਰਜ਼ੀ ਵਧਾ ਲਓ, ਸ਼ੱਕ ਜਿੰਨਾ ਵਧਾਓਗੇ ਉਹਨਾਂ ਆਪ ਦੁਖੀ ਹੋਵੋਗੇ। ਪੀਰ ਭੀਖਮ ਸ਼ਾਹ ਨੇ ਵੇਖਿਆ ਵੀ ਨਾਲ ਵਾਲੇ ਦੇ ਮਨ ਵਿੱਚ ਮੈਲ ਉੱਠ ਪਈ ਹੈ, ਜਵਾਬ ਨਾ ਦਿੱਤਾ, ਸਗੋਂ ਹੋਰ ਉਲਝਾਤਾ। ਉਹ ਸੋਚਦਾ ਏਡੇ ਵੱਡੇ ਇਸਲਾਮ ਦੇ ਪੀਰ ਨੇ, ਰਾਜੇ ਮਹਾਰਾਜੇ ਇਹਨਾਂ ਨੂੰ ਮੱਥਾ ਟੇਕਦੇ ਨੇ, ਲੱਗਦਾ ਪੀਰ ਦੀ ਬੁੱਧੀ ਭ੍ਰਿਸ਼ਟ ਹੋ ਗਈ।
ਇਹ ਖੁਦਾ ਨੂੰ ਮੱਥਾ ਟੇਕਦਾ ਬੱਚਿਆਂ ਨੂੰ ਮੱਥਾ ਟੇਕਦਾ ਏ। ਅਸ ਮੰਜਸ ਅਸ ਜਿਸਨੇ ਕੀਨਾ ਨਹੀਂ ਤੁਰਕ ਸਹਿ ਸਕਹਿ ਪ੍ਰਬੀਨ। ਮਨ ਚ ਸੋਚਿਆ ਜੇ ਅੱਜ ਪੀਰ ਨੂੰ ਕੋਈ ਕਾਜੀ ਮੁੱਲਾ ਵੇਖ ਲੈਂਦਾ, ਫਤਵਾ ਲਾ ਦਿੰਦਾ, ਇਹਦਾ ਸਿਰ ਚੀਰਿਆ ਜਾਂਦਾ ਧੜ ਦੇ ਨਾਲੋਂ। ਮੈਨੂੰ ਤੇ ਸਮਝ ਨਹੀਂ ਆਉਂਦੀ, ਐਡਾ ਵੱਡਾ ਪੀਰ ਇੰਨਾ ਸਿਆਣਾ ਹੋ ਕੇ ਏਡੀ ਮੂਰਖਤਾ। ਕਈ ਵਾਰ ਦੁਨੀਆ ਨੂੰ ਆਪਾਂ ਵੀ ਆਪਣੇ ਨਜ਼ਰੀਏ ਨਾਲ ਵੇਖਦੇ ਆ, ਸੋਚਦੇ ਆ ਇਹ ਬੰਦਾ ਹੈ ਕੀ ਤੇ ਕਰਦਾ ਕੀ, ਲੱਗਦਾ ਨਾ ਵੀ ਗਲਤ ਹੈ। ਕਈ ਵਾਰ ਉਹ ਆਪਣੇ ਰਾਹ ਤੇ ਸਹੀ ਚੱਲਦਾ ਹੁੰਦਾ, ਸਾਡਾ ਆਪਣਾ ਨਜ਼ਰੀਆ ਗਲਤ ਹੁੰਦਾ ਹੈ। ਸਾਡੀ ਕੋਸ਼ਿਸ਼ ਹੈ ਜੋ ਮੈਨੂੰ ਚੰਗਾ ਲੱਗਦਾ ਹੈ ਰੱਬ ਵੀ ਉਹੀ ਕਰੇ। ਇਹ ਹੈ ਨਾ, ਰੱਬ ਦੇ ਪਿਆਰਿਆਂ ਦਾ ਫਰਕ ਇੰਨਾ ਹੁੰਦਾ, ਜੋ ਰੱਬ ਨੂੰ ਚੰਗਾ ਲੱਗੇ ਅਸੀਂ ਉਹ ਕਰੀਏ। ਦੁਨੀਆ ਕਹਿੰਦੀ ਜੋ ਸਾਨੂੰ ਚੰਗਾ ਲੱਗੇ ਸਾਨੂੰ ਉਹ ਕਰਕੇ ਵਿਖਾ ਤਾਂ ਖੁਸ਼ ਹੋਣਾ। ਪੀਰ ਭੀਖਮ ਸ਼ਾਹ ਨੇ ਕੀਤਾ ਉਹ ਜੋ ਮਨਜ਼ੂਰ ਏ ਖੁਦਾ ਸੀ, ਪਰ ਸਾਥੀਆਂ ਨੂੰ ਗੱਲ ਰਸ ਨਾ ਆਈ। ਮਨ ਹੀ ਮਨ ਅੰਦਰ ਜ਼ਹਿਰ ਘੋਲਦੇ ਨੇ। ਮਿਲ ਜਬ ਚਲਿਓ ਪੰਥ ਮਹਿ ਕਹਿਓ ਸੁਨਹੁ ਪੀਰ ਤੁਮ ਕੋ ਬਟ ਲਹਿਓ। ਇਹੋ ਜਿਹੇ ਬੰਦਿਆਂ ਤੋਂ ਰਹਿ ਨਹੀਂ ਹੁੰਦਾ। ਜਦੋਂ ਪੀਰ ਭੀਖਮ ਸ਼ਾਹ ਲਖਨੌਰ ਸਾਹਿਬ ਤੋਂ ਪਿੱਠ ਕਰਕੇ ਤੁਰੇ ਜਾ ਰਹੇ ਨੇ, ਰਸਤੇ 'ਚ ਹੀ ਘੇਰ ਲਿਆ। ਕਹਿੰਦਾ ਪੀਰ ਜੀ ਮੇਰੇ ਮਨ 'ਚ ਇੱਕ ਬਹੁਤ ਵੱਡਾ ਸ਼ੰਕ ਹੈ। ਪਤਾ ਸੀ ਪੀਰ ਜੀ ਨੂੰ ਵੀ ਇਹੋ ਜਿਹੇ ਬੰਦੇ ਸ਼ੰਕ ਹੀ ਕਰ ਸਕਦੇ ਨੇ, ਖੱਟ ਨਹੀਂ ਕੁਝ ਸਕਦੇ। ਧਿਆਨ ਦੇਣਾ, ਚਾਹੇ ਸਿੱਖ ਧਰਮ ਦੀ ਗੱਲ ਕਰ ਲੋ ਜਾਂ ਹਿੰਦੂਆਂ ਦੀ ਜਾਂ ਮੁਸਲਮਾਨਾਂ ਦੀ, ਜਿਹੜੇ ਬੰਦੇ ਦੀ ਆਦਤ ਬਣੀ ਨਾ ਗੱਲ ਗੱਲ ਤੇ ਟਿੱਪਣੀ ਕਰਨੀ, ਗੱਲ ਗੱਲ ਤੇ ਸ਼ੰਕਾ ਕਰਨਾ, ਗੱਲ ਗੱਲ ਤੇ ਸਵਾਲ। ਸੱਚੀ ਗੱਲ ਹੈ, ਕਦੇ ਕੋਲ ਬਹਿ ਕੇ ਵੇਖਿਓ ਕਿੰਨਾ ਪਰੇਸ਼ਾਨ ਹੋਏਗਾ। ਉਹ ਆਪਣੇ ਆਪ ਤੋਂ ਦੁਖੀ ਹੈ, ਆਪਣੇ ਆਪ ਤੋਂ ਪਰੇਸ਼ਾਨ ਹੈ ਤੇ ਉਹ ਦੁਨੀਆ ਨੂੰ ਪਰੇਸ਼ਾਨ ਕਰਦਾ ਫਿਰਦਾ ਹੈ। ਇਹੋ ਜਿਹੇ ਬੰਦੇ ਕਦੇ ਸੁਖੀ ਨਹੀਂ ਹੋ ਸਕਦੇ, ਨਾ ਉਹਨਾਂ ਨੂੰ ਕਦੇ ਚੈਨ ਮਿਲਦਾ ਹੈ। ਉਹ ਸਿਰਫ ਸ਼ੰਕੇ ਸਵਾਲਾਂ ਤੇ ਜਵਾਬਾਂ ਜੋਗੀ ਹੁੰਦੇ ਨੇ। ਪੀਰ ਭੀਖਮ ਸ਼ਾਹ ਨੇ ਜਾਣਿਆ ਇਹ ਅੰਦਰੋਂ ਖਾਲੀ ਹੈ, ਇੰਨੇ ਜੋਗਾ ਨਹੀਂ। ਕਹਿੰਦਾ ਪੀਰ ਜੀ ਇੱਕ ਸਵਾਲ ਕਰਨਾ ਚਾਹੁੰਦਾ। ਪੀਰ ਰੁਕ ਗਏ। ਹੁਣ ਬਹੁਤ ਵੱਡੇ ਸਾਧੂ ਨੇ, ਇਹਨਾਂ ਨੂੰ ਤੇ ਮੱਕੇ ਵਾਲੇ ਮੱਥਾ ਟੇਕਦੇ ਨੇ ਪੀਰ ਭੀਖਮ ਸ਼ਾਹ ਜੀ ਨੂੰ। ਇਹ ਉਹੀ ਨੇ ਜਦ ਦਸ਼ਮੇਸ਼ ਪਿਤਾ ਦਾ ਅਵਤਾਰ ਹੋਇਆ, ਪੂਰਬ ਨੂੰ ਸਜਦਾ ਕਰਤਾ ਮੇਰੇ ਕਲਗੀ ਵਾਲੇ ਖੁਦਾ ਆਏ ਧਰਤੀ ਤੇ, ਉਦੋਂ ਵੀ ਨਾਲ ਦੇ ਆਬਜੈਕਸ਼ਨ ਕੀਤਾ ਸੀ ਇਹ ਗਲਤ ਕੀਤਾ ਤੁਸੀਂ। ਰੱਬ ਤੇ ਮੁਸਲਮਾਨਾਂ ਦਾ ਪੱਛਮ ਵਿੱਚ ਵੱਸਦਾ, ਤੁਸੀਂ ਪੂਰਬ ਵਿੱਚ ਕਿਉਂ ਮੱਥਾ ਟੇਕਦਾ ਹੈ? ਪਰ ਗੁਰਬਾਣੀ ਨੂੰ ਪੁੱਛ ਕੇ ਵੇਖੀਏ ਖੁਦਾ ਕਿੱਥੇ ਵੱਸਦਾ। ਮਰਦ ਕਹਿੰਦੇ ਘਟ ਘਟ ਮੈਂ ਹਰ ਜੂ ਵਸੈ, ਪਰਮਾਤਮਾ ਤੇ ਹਰ ਘਟ ਵਿੱਚ, ਹਰ ਰੂਮ ਵਿੱਚ, ਹਰ ਕਣ ਵਿੱਚ ਵਸਿਆ। ਤੇ ਸਨਾਤਨ ਮਤ ਦੇ ਲੋਕ ਕਹਿੰਦੇ ਪਰਮਾਤਮਾ ਉੱਤਰ ਵਿੱਚ ਹੈ, ਮੁਸਲਮਾਨ ਕਹਿੰਦੇ ਪੱਛਮ ਦੇ ਵਿੱਚ ਹੈ। ਉਹ ਤਾਂ ਮੰਨਦੇ ਨੇ ਕਿਉਂਕਿ ਮੱਕਾ ਪੱਛਮ ਦੇ ਵਿੱਚ ਹੈ। ਇਸ ਕਰਕੇ ਜੇ ਖੁਦਾ ਪੱਛਮ ਦੇ ਵਿੱਚ ਵੱਸਦਾ ਤੇ ਬਾਕੀ ਤਿੰਨ ਦਿਸ਼ਾਵਾਂ ਦਾ ਮਾਲਕ ਕੌਣ ਹੈ? ਪੈਗੀ ਨਾ ਧਰਮਾਂ ਦੀ ਲੜਾਈ। ਮੇਰੇ ਸਤਿਗੁਰਾਂ ਗੱਲ ਖੋਲੀ, ਉਹ ਹਰ ਥਾਂ ਤੇ ਹੈ। ਕਹਿੰਦੇ ਪੀਰ ਜੀ ਪਹਿਲਾਂ ਤੁਸੀਂ ਗੁਨਾਹ ਕੀਤਾ ਪੂਰਬ ਨੂੰ ਸਜਦਾ ਕਰਕੇ, ਉਹੀ ਬੰਦੇ ਜਿਨ੍ਹਾਂ ਪਹਿਲਾਂ ਸਵਾਲ ਕੀਤਾ ਸੀ। ਅੱਜ ਤੁਸੀਂ ਫੇਰ ਵੱਡਾ ਗੁਨਾਹ ਕੀਤਾ ਏ। ਸਜਦਾ ਕਰਤ ਸਰਬ ਤੁਰਕਾਨਾ ਜਾਣਹਿ ਅਜ਼ਮਤ ਵਾਨ ਮਹਾਨਾ। ਪਰ ਅੱਜ ਦੁੱਖ ਲੱਗਿਆ ਦਿਲ ਨੂੰ, ਚੰਗਾ ਨਹੀਂ ਲੱਗਿਆ। ਲੱਖਾਂ ਮੁਸਲਮਾਨ ਤੁਹਾਨੂੰ ਮੱਥਾ ਟੇਕਣ ਤੇ ਤੁਸੀਂ ਕਿਸੇ ਹੋਰ ਨੂੰ ਟੇਕੀ ਜਾਓ। ਤੇ ਫਿਰ ਲੱਖਾਂ ਦਾ ਨਰਾਦਰ ਆ ਨਾ, ਜਿਹੜੇ ਤੁਹਾਨੂੰ ਝੁਕਦੇ ਤੁਹਾਡੇ ਅੱਗੇ ਸਜਦਾ ਕਰਦੇ ਤੇ ਤੁਸੀਂ ਉਹਨਾਂ ਦਾ ਸਜਦਾ ਕਿਸੇ ਦੇ ਪੈਰਾਂ ਤੇ ਸੁੱਟ ਦਿੱਤਾ। ਪੀਰ ਭੀਖਮ ਸ਼ਾਹ ਹੱਸ ਪਏ। ਕਿਉਂ ਹੱਸੇ ਨੇ? ਇਹਦੀ ਮੂਰਖਤਾ ਤੇ। ਜਦੋਂ ਕੋਈ ਬੰਦਾ ਮੂਰਖਤਾ ਕਰਦਾ ਹੋਵੇ ਤੇ ਸਿਆਣਾ ਹੱਸ ਕੇ ਹੀ ਸਾਰਦਾ ਹੁੰਦਾ। ਕਹਿੰਦਾ ਪੀਰ ਜੀ ਸੋਚਿਆ ਸੀ ਤੁਸੀਂ ਕਰਾਮਾਤੀ ਹੋ, ਸ਼ਕਤੀਆਂ ਵਾਲੇ ਹੋ। ਰਾਜੇ ਮਹਾਰਾਜੇ ਤੁਹਾਡੀ ਇਸ ਕਰਕੇ ਪੂਜਾ ਕਰਦੇ ਨੇ ਵੀ ਤੁਹਾਡਾ ਬਚਨ ਕਦੇ ਖਾਲੀ ਨਹੀਂ ਜਾਂਦਾ, ਤੁਹਾਡੇ ਕੋਲ ਗਿਆਨ ਬੜਾ ਹੈ। ਅੱਜ ਪਤਾ ਲੱਗਿਆ ਤੁਸੀਂ ਅਕਲੋਂ ਖਾਲੀ ਹੋ। ਆਖੋ ਸਤਿਨਾਮ, ਅਕਲ ਤੋਂ ਖਾਲੀ। ਇਹ ਕੌਣ ਹੈ? ਉਹੀ ਬੰਦਾ ਜਿਹਨੇ ਠਸਕਾ ਪਿੰਡ ਦਿੱਤਾ ਸੀ ਪੀਰ ਜੀ ਨੂੰ, ਅਜੇ ਵੀ ਹਉਮੈ ਚੱਕੀ ਫਿਰਦਾ। ਮੈਂ ਪੀਰ ਨੂੰ, ਮੈਂ ਫਕੀਰ ਨੂੰ ਨਗਰ ਦੇਤਾ, ਸ਼ਹਿਰ ਦੇਤਾ। ਹਉਮੈ ਹੈ ਨਾ। ਕੌਣ ਕਿਸੇ ਨੂੰ ਦੇ ਸਕਦਾ ਤੇ ਕੌਣ ਕਿਸੇ ਤੋਂ ਕੀ ਲੈ ਸਕਦਾ? ਤੇ ਵਿਹਲੇ ਵਹਿਮ ਨੇ। ਜੋ ਤੁਹਾਡੇ ਕਰਮਾਂ ਵਿੱਚ ਲਿਖਿਆ ਉਹਨੂੰ ਖੋ ਕੋਈ ਨਹੀਂ ਸਕਦਾ। ਜੇ ਨਹੀਂ ਲੱਖਾਂ ਥਾਵਾਂ ਤੇ ਧੱਕੇ ਵੀ ਖਾਈ ਜਾਇਓ ਤੇ ਕਿਰਕਾ ਵੀ ਨਹੀਂ ਮਿਲਦਾ। ਕਿਸਮਤ ਦੀਆਂ ਗੱਲਾਂ। ਪੀਰ ਭੀਖਮ ਸ਼ਾਹ ਗੁੱਸੇ ਚ ਨਹੀਂ ਆਏ,
ਸੁਣਦੇ ਰਹੇ। ਐਡੀ ਗੱਲ ਉਹਨੇ ਕਹਿਤੀ, ਕਹਿੰਦਾ ਤੁਸੀਂ ਦੀ ਅਣਜਾਣ ਹੋ, ਮੈਂ ਤੁਹਾਨੂੰ ਐਡਾ ਪੀਰ ਮੰਨਦਾ ਸੀ, ਤੁਸੀਂ ਤੇ ਅਕਲ ਤੋਂ ਸਖਣੇ ਹੋ। ਕਹਾ ਕਰਿਓ ਅਬ ਹਿੰਦੂ ਬਾਲਕ, ਹੇਰਤ ਚਰਨ ਪਰਿਓ ਤਤਕਾਲਕ। ਕਹਿੰਦੇ ਐਡਾ ਕੀ ਗੁਨਾਹ ਹੋ ਗਿਆ, ਤੂੰ ਸਾਡੇ ਤੇ ਔਖਾ ਭਾਰਾ ਹੋਇਆ, ਐਡਾ ਕੀ ਗੁਨਾਹ। ਕਹਿੰਦਾ ਜੀ ਤੁਸੀਂ ਹਿੰਦੂਆਂ ਦੇ ਬੱਚੇ ਨੂੰ ਮੱਥਾ ਟੇਕਿਆ। ਮੁਸਲਮਾਨ ਕਹਿੰਦਾ ਉਹਨਾਂ ਸਮਿਆਂ 'ਚ ਸਿੱਖਾਂ ਦੀ ਕੋਈ ਬਹੁਤੀ ਵੱਖਰੀ ਪਹਿਚਾਣ ਨਹੀਂ ਸੀ। ਕਲਗੀ ਵਾਲੇ ਪਿਤਾ ਸਤਿਗੁਰਾਂ ਨੇ ਖਾਲਸਾ ਪੰਥ ਸਜਾ ਕੇ ਸਾਨੂੰ ਵੱਖਰੀ ਪਛਾਣ ਦਿੱਤੀ ਹੈ। ਤੇ ਮੁਸਲਮਾਨ ਸਿੱਖਾਂ ਤੇ ਲੱਗਦੇ ਸੀ, ਉਹ ਪਹਿਲੇ ਦਿਨ ਹੀ ਕਹਿੰਦੇ ਸੀ ਇਹ ਹਿੰਦੂ ਨੇ। ਪੀਰ ਜੀ ਮੁਸਲਮਾਨ ਨੂੰ ਸਜਦਾ ਕਰਦੇ ਤੇ ਸਾਨੂੰ ਦੁੱਖ ਗਮ ਕੋਈ ਨਹੀਂ ਸੀ, ਤੁਸੀਂ ਤੇ ਹਿੰਦੂਆਂ ਦੇ ਬੱਚੇ ਨੂੰ ਮੱਥਾ ਟੇਕਦਾ। ਦਸ਼ਮੇਸ਼ ਦੀਆਂ ਪੀਰ ਭੀਖਮ ਸ਼ਾਹ ਹੱਸਦੇ ਵੀ ਨੇ, ਰੁੱਸਾ ਵੀ ਅੰਦਰੋਂ। ਹੱਸਦੇ ਇਸ ਕਰਕੇ ਮੂਰਖ ਹੈ, ਰੁੱਸਾ ਇਸ ਕਰਕੇ ਇਹਨੂੰ ਸਮਝ ਕੋਈ ਨਹੀਂ ਇਹ ਕੌਣ ਦੇ ਕੀ ਦਾ ਨਰਾਦਰ ਕਰਦਾ ਏ। ਤੁਰਕ ਜਨਮ ਤੁਮ ਬੈਸ ਬਡੇਰੀ, ਲਖੀ ਨਾ ਮੰਨਤਾ ਹੈ ਬਟ ਮੇਰੀ। ਪੀਰ ਭੀਖਮ ਸ਼ਾਹ ਦੇ ਬਾਕੀ ਸਾਥੀ ਚੁੱਪ ਨੇ ਤੇ ਤਿੰਨ ਚਾਰ ਚਮਚੇ ਰੌਲਾ ਪਾਉਣ ਲੱਗ ਗਏ। ਰੌਲਾ ਕੌਣ ਪਾਉਂਦੇ ਨੇ? ਚਮਚੇ ਕੜਛੀਆਂ, ਜਿਨ੍ਹਾਂ ਨੂੰ ਉਮੀਦ ਹੁੰਦੀ ਹੈ ਸਾਡੇ ਅਨੁਸਾਰ ਚੱਲੇਗਾ, ਪਰ ਹੋ ਕੁਝ ਹੋਰ ਜਾਵੇ, ਫਿਰ ਉਹ ਖਿਲਾਫਤੀ ਕਰਦੇ ਬਗਾਵਤ ਦਾ ਝੰਡਾ ਚੁੱਕ ਕੇ। ਤੇ ਪੀਰ ਭੀਖਮ ਸ਼ਾਹ ਨੂੰ ਰਸਤੇ 'ਚ ਘੇਰੀ ਫਿਰਦੇ ਨੇ। ਕਹਿੰਦੇ ਜੇ ਤੁਹਾਡਾ ਇਹ ਗੁਨਾਹ ਕਿਤੇ ਔਰੰਗਜ਼ੇਬ ਨੂੰ ਪਤਾ ਲੱਗ ਜੇ, ਫਾਹੇ ਝਾੜ ਦੂ ਤੁਹਾਨੂੰ। ਇੰਨੀ ਤੁਹਾਡੀ ਇੱਜ਼ਤ ਕਰਦਾ ਹੈ, ਤੁਹਾਡੇ ਤੇ ਸ਼ਰ੍ਹਾ ਲਾਗੂ ਹੋਏਗੀ। ਪੀਰ ਭੀਖਮ ਸ਼ਾਹ ਸੁਣ ਸੁਣ ਹੱਸੀ ਜਾਂਦੇ ਨੇ, ਮੁਸਕਰਾਉਂਦੇ ਨੇ। ਕਿਉਂ? ਉਹਨਾਂ ਨੂੰ ਪਤਾ ਹੈ ਜਿਸ ਔਰੰਗਜ਼ੇਬ ਦੇ ਦਾਬੇ ਮਾਰਦੇ, ਉਹਦਾ ਤੇ ਸਤਿਗੁਰਾਂ ਨੇ ਮੰਜੇ ਦਾ ਪਾਵਾ ਤੋੜ ਦੇਣਾ, ਉਹਦੀਆਂ ਤੇ ਜੜਾਂ ਪੁੱਟਣ ਲੱਗੇ। ਕਿਹੜੇ ਬਾਦਸ਼ਾਹ ਦੀਆਂ ਗੱਲਾਂ ਕਰਦਾ ਹੈ? ਸੱਚਮੁੱਚ ਸੱਚ ਬੋਲਣ ਵਾਲੇ, ਭਗਤੀ ਕਰਨ ਵਾਲੇ ਦਲੇਰ ਪੁਰਖ ਕਿਸੇ ਰਾਜੇ ਮਹਾਰਾਜੇ ਦੀ ਕਦੇ ਪਰਵਾਹ ਨਹੀਂ ਕਰਦੇ ਹੁੰਦੇ। ਪੀਰ ਭੀਖਮ ਸ਼ਾਹ ਸੋਚਦੇ ਜੇ ਅੱਜ ਇਹਨਾਂ ਨੂੰ ਜਵਾਬ ਨਾ ਦਿੱਤਾ ਤੇ ਇਹਨਾਂ ਦੇ ਸ਼ੰਕੇ ਵੱਧਦੇ ਜਾਣਗੇ, ਇਸ ਕਰਕੇ ਜਵਾਬ ਉੱਤਰ ਦੇਣਾ ਜ਼ਰੂਰੀ ਹੈ। ਸ਼ਾਹੋ ਭੀਖ ਸੁਨ ਉੱਤਰ ਦੀਨਾ, ਤੁਮਨੇ ਨਹੀਂ ਭੇਵ ਕੁਛ ਕੀਨਾ। ਪੀਰ ਭੀਖਮ ਸ਼ਾਹ ਨੇ ਸਾਰਿਆਂ ਨੂੰ ਰੋਕ ਲਿਆ, ਕਹਿੰਦੇ ਰੁਕ ਜਾਓ, ਤੁਹਾਡਾ ਰੋਜ਼ ਦਾ ਹੀ ਕੰਮ ਹੋ ਗਿਆ। ਪਹਿਲਾਂ ਤੁਸੀਂ ਪਟਨਾ ਸਾਹਿਬ ਜਾਂਦੇ ਬੋਲੇ, ਅੱਜ ਤੁਸੀਂ ਇੱਥੇ ਬੋਲ ਰਹੇ ਹੋ। ਤੁਸੀਂ ਜਾਣਦੇ ਹੋ ਕੌਣ ਨੇ ਉਹ? ਕਹਿੰਦੇ ਨਹੀਂ, ਇੱਕ ਬੱਚਾ ਹੈ, ਤੁਹਾਡੀਆਂ ਨਜ਼ਰਾਂ ਵਿੱਚੋਂ ਬੱਚੇ ਨੇ, ਤੁਹਾਡੀਆਂ ਨਜ਼ਰਾਂ ਵਿੱਚ ਮਾਸੂਮ ਨੇ। ਪੀਰ ਭੀਖਮ ਸ਼ਾਹ ਕਹਿੰਦੇ ਉਹ ਆਪ ਮੱਕੇ ਦੇ ਖੁਦਾ ਨੇ। ਆਖੋ ਸਤਨਾਮ। ਜਿਸ ਰੱਬ ਨੇ ਮੱਕਾ ਬਣਾਇਆ, ਜਿਸ ਰੱਬ ਨੇ ਮੰਦਰ ਮਸੀਤਾਂ ਗੁਰਦੁਆਰੇ ਬਣਾਏ, ਇਹ ਉਹਨਾਂ ਦਾ ਵਾਲੀ ਹੈ। ਪਰ ਮੂਰਖੋ, ਭੇਦ ਨਹੀਂ ਤੁਹਾਡੇ ਕੋਲ। ਰੱਬ ਦਾ ਨਾਂ ਜਪਣ ਵਾਲੇ ਦਾ ਭੇਦ ਕੋਈ ਨਹੀਂ ਜਾਣਦਾ ਹੁੰਦਾ। ਜਿਹੜਾ ਰੱਬ ਕੋਲੇ ਹੋਵੇ ਨਾ, ਸੱਚਮੁੱਚ ਜੁੜਿਆ ਹੋਵੇ, ਉਹ ਵੇਖਣ ਨੂੰ ਐਵੇਂ ਲੱਗਦਾ ਹੁੰਦਾ ਮੂਰਖ ਜਿਹਾ, ਵੇਖਣ ਨੂੰ। ਤੇ ਜਿਹੜਾ ਸਾਡੇ ਵਰਗਾ ਦਿਖਾਵੇ ਵਾਲਾ ਹੋਵੇ, ਰੱਬ ਤੋਂ 100 ਕੋ ਦੂਰ ਹੁੰਦਾ। ਮਰਜ਼ ਦਾ ਬਚਨ ਪੜ੍ਹ ਕੇ ਵੇਖੋ, ਹੋਣ ਨਜ਼ਦੀਕ ਖੁਦਾਏ ਦੇ, ਭੇਦ ਨਾ ਕਿਸੈ ਦੇਣ। ਜਿਹੜਾ ਰੱਬ ਦੇ ਨੇੜੇ ਹੋਏਗਾ, ਖੁਦਾ ਦੇ ਨਾਲ ਜੁੜਿਆ ਹੋ, ਉਹ ਤੇ ਭੇਦ ਹੀ ਨਹੀਂ ਦਿੰਦਾ ਕਿਸੇ ਨੂੰ, ਛੁਪ ਕੇ ਰਹਿੰਦਾ ਸਿੱਧਾ ਸਾਦਾ ਜਿਹਾ ਬਣ ਕੇ। ਪੀਰ ਭੀਖਮ ਸ਼ਾਹ ਕਹਿੰਦੇ ਉਹ ਮੂਰਖੋ, ਅਕਲ ਨੂੰ ਹੱਥ ਮਾਰੋ, ਕਿਉਂ ਨਾ ਸਮਝ ਹੋ ਗਏ ਹੋ। ਸ਼੍ਰੀ ਨਾਨਕ ਗਾਦੀ ਪਰ ਜੋਏ, ਹੋਏ ਖੁਦਾਏ ਕੀ ਦਰਗਹਿ ਸੋਏ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ 10ਵੇਂ ਵਾਰਸ ਨੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਕਿਸੇ ਮੁਸਲਮਾਨ ਨੂੰ ਦੱਸਣਾ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ, ਪਤਾ ਉਹਨਾਂ ਨੂੰ। ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਜੇ ਸਭ ਤੋਂ ਵੱਡਾ ਪੀਰ ਹੈ ਕੋਈ, ਉਹ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨਾਨਕ ਸ਼ਾਹ ਫਕੀਰ ਨੇ, ਮੁਸਲਮਾਨਾਂ ਦੇ ਪੀਰ। ਮੱਕੇ ਦੇ ਵਿੱਚ ਜਿਨ੍ਹਾਂ ਦੀਆਂ ਖੜਾਵਾਂ ਦੀ ਪੂਜਾ ਅੱਜ ਵੀ ਹੋ ਰਹੀ ਹੈ, ਸਿੱਖ ਐਵੇਂ ਡੰਡੇ ਚੱਕੀ ਫਿਰਦਾ ਇੱਕ ਦੂਜੇ ਪਿੱਛੇ। ਬੜੀਆਂ ਥਾਵਾਂ ਨੇ ਜਿੱਥੇ ਮੇਰੇ ਸਤਿਗੁਰਾਂ ਦੀ ਪੂਜਾ ਚੱਲ ਰਹੀ ਹੈ, ਸਾਨੂੰ ਸਮਝ ਨਹੀਂ ਆਉਂਦੀ। ਤਿੱਬਤ ਵਾਲਿਆਂ ਹੋਰ ਨਾਂ ਰੱਖਿਆ, ਸ਼੍ਰੀਲੰਕਾ ਵਾਲੇ ਹੋਰ ਨਾਮ ਨਾਲ, ਆਪਣੇ ਆਪਣੇ ਨਾਮ ਨਾਲ ਉਹ ਸਤਿਗੁਰਾਂ ਦੀ ਪੂਜਾ ਕਰਦੇ ਨੇ। ਮੱਕੇ ਵਾਲੇ ਤੇ ਕਹਿੰਦੇ ਸਾਡਾ ਖੁਦਾ, ਸਾਡਾ ਯਾਰ ਗੁਰੂ ਨਾਨਕ ਹੈ। ਤੇ ਸਿੱਖ ਗੁਰੂ ਨਾਨਕ ਪਾਤਸ਼ਾਹ ਨੂੰ ਛੱਡ ਕੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਕੱਚੇ ਪਿੱਲੇ ਪੀਰਾਂ ਵਿੱਚ ਤੁਰੇ ਫਿਰਦੇ, ਸਿਆਣਿਆਂ ਕੋਲ ਤੁਰੇ ਫਿਰਦੇ ਨੇ। ਇਹਨਾਂ ਨੂੰ ਆਪਣੇ ਖਸਮ ਦੇ ਭਰੋਸਾ ਨਹੀਂ। ਹੁਣ ਮੁਸਲਮਾਨ ਸਾਰੇ ਜਾਣਦੇ ਨੇ, ਕਿਉਂਕਿ ਇੱਕ ਦਿਨ ਉਹ ਵੀ ਆਇਆ ਸੀ ਜਦੋਂ ਮਦੀਨੇ ਦੇ ਵਿੱਚ ਮੁਹੰਮਦ ਸਾਹਿਬ ਮੁਸਲਮਾਨਾਂ ਦੇ ਸਭ ਤੋਂ ਵੱਡੇ ਪੈਗੰਬਰ ਨੇ, ਉਹਨਾਂ ਤੋਂ ਵੱਡਾ ਪੈਗੰਬਰ ਕੋਈ ਨਹੀਂ ਇਸਲਾਮ ਦੇ ਵਿੱਚ।
ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਉਹਨਾਂ ਦੀ ਕਬਰ ਨੇ, ਮਸੀਤ ਨੇ ਆ ਕੇ ਮੱਥਾ ਟੇਕਤਾ ਸੀ। ਮੁਹੰਮਦ ਸਾਹਿਬ ਨੇ ਵੀ ਮੰਨਿਆ ਮੇਰਾ ਖੁਦਾ ਇਹ ਆਖੋ ਸਤਨਾਮ। ਉਸ ਦਿਨ ਤੋਂ ਮੁਸਲਮਾਨ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣਾ ਪੀਰ ਜਾਣਦੇ ਨੇ। ਤੇ ਇਸੇ ਕਰਕੇ ਪੀਰ ਭੀਖ ਮਸ਼ਾਹ ਨੇ ਗੱਲ ਸ਼ੁਰੂ ਕੀਤੀ, ਕਹਿੰਦੇ ਪੀਰਾਂ ਦੇ ਪੀਰ ਨਾਨਕ ਸ਼ਾਹ ਫਕੀਰ, ਇਹ ਉਹਨਾਂ ਦੀ ਗੱਦੀ ਦੇ ਵਾਰਸ ਹਨ। ਜਬ ਸਭ ਪੀਰ ਪਹੁੰਚੇ ਜਾਏ, ਤਿਰਹੇ ਪੌਰ ਆਗੇ ਸਮੁਦਾਏ। ਅੱਜ ਬਹੁਤ ਡੂੰਗੀ ਗੱਲ ਕਰਨ ਲੱਗੇ। ਪੀਰ ਜੀ ਦੀ ਜਿਹੜੀ ਗੱਲ ਆ ਨਾ, ਅੱਜ ਨੋਟ ਰੱਖਿਓ, ਜ਼ਿੰਦਗੀ 'ਚ ਕਿਸੇ ਨੇ ਨਹੀਂ ਸੁਣਾਉਣੀ, ਕਿਸੇ ਨੇ ਵੀ ਕਦੇ ਵੀ। ਇਹੋ ਜਿਹਾ ਮੌਕਾ ਥੋੜਾ ਮਿਲਦਾ। ਆਖਣ ਲੱਗੇ ਐ ਮੂਰਖੋ ਸੰਸਾਰੀ ਲੋਕੋ, ਜਦੋਂ ਅਸੀਂ ਭਗਤੀ ਵਾਲੇ ਲੋਕ ਸਰੀਰ ਛੱਡ ਕੇ ਮਰਨਾ ਸਾਰਿਆਂ ਨੇ, ਚਾਹੇ ਕੋਈ ਭਗਤ ਹੈ, ਕੋਈ ਸਾਧੂ ਹੈ, ਮਨੁੱਖਾ ਸਰੀਰ ਹੈ, ਦੇਵਤਾ ਹੈ, ਪਸ਼ੂ ਹੈ, ਪੰਛੀ ਹੈ, ਮਰਨਾ ਸਭਨਾ ਮਰਨਾ, ਆਇਆ ਵਿਛੋੜੇ ਸਭਨਾ ਮਰਨਾ ਸਾਰਿਆਂ ਨੇ। ਜਦੋਂ ਅਸੀਂ ਮਰ ਕੇ ਸਰੀਰ ਛੱਡ ਕੇ ਦਰਗਾਹ ਵਿੱਚ ਜਾਂਦੇ ਆ, ਜਿੰਨੇ ਪੀਰ ਹੋਏ, ਜਿੰਨੇ ਫਕੀਰ ਹੋਏ, ਦੇਵਤੇ ਹੋਏ, ਗੱਲ ਖਤਮ ਕਰੀਏ ਵੀ ਮਰਨ ਤੋਂ ਬਾਅਦ ਜਦੋਂ ਰੂਹ ਕਿਸੇ ਦਰਗਾਹ ਵਿੱਚ ਜਾਂਦੀ ਹੈ, ਉਹ ਦਰਗਾਹ ਧਰਮਰਾਜ ਦੀ ਹੈ। ਧਰਮਰਾਜ ਇੱਕ ਆਫੀਸਰ ਹੈ, ਸੀਨੀਅਰ ਵੀ ਉਹਦਾ ਕੋਈ ਬੈਠਾ। ਉਹ ਕੌਣ ਹੈ? ਉਹਨੇ ਗੁਰੂ ਨਾਨਕ ਪਾਤਸ਼ਾਹ ਕੋ ਸਤਨਾਮ। ਇੱਥੇ ਮਰਜ ਬਾਣੀ 'ਚ ਇੱਕ ਜ਼ਿਕਰ ਕਰਦੇ ਨੇ, ਥੋੜਾ ਜਿਹਾ ਖੋਲੀਏ ਤਾਂ ਗੱਲ ਸਮਝ ਆਉਣੀ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ। ਪੁੰਨ ਕਰਿਆ ਤੋਂ, ਦਾਨ ਕਰਿਆ ਤੋਂ ਰੱਬ ਨਹੀਂ ਮਿਲਦਾ, ਭੁਲੇਖਾ ਹੈ। ਪੁੰਨ ਦਾਨ ਰਸਤਾ ਬਦਲ ਦਿੰਦੇ ਨੇ। ਬੰਦਾ ਨਰਕਾਂ ਨੂੰ ਨਹੀਂ ਜਾਂਦਾ, ਧਰਮਰਾਜ ਕੋਲੇ ਚਲਿਆ ਜਾਂਦਾ ਹੈ। ਕਿਉਂਕਿ ਪੁੰਨ ਤੇ ਦਾਨ ਦਾ ਤੇ ਪਾਪਾਂ ਦਾ ਕੰਪੈਰੀਜ਼ਨ ਹੋਣਾ ਉੱਥੇ ਜਾ ਕੇ, ਆਮੋ ਸਾਹਮਣੇ ਬੈਠਣਗੇ। ਤੇ ਧਰਮਰਾਜ ਜਦੋਂ ਗੱਲ ਸਮਝ ਤੋਂ ਬਾਹਰ ਹੋਵੇ, ਫਿਰ ਅੱਗੇ ਉਹ ਰਿਕੁਐਸਟ, ਉਹ ਬੇਨਤੀ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਭੇਜਦਾ। ਉਹ ਆਪ ਜੋ ਅਕਾਲ ਪੁਰਖ ਨੇ, ਕਹਿੰਦੇ ਦਰਗਾਹ ਦੇ ਵਿੱਚ ਜਾਂਦੇ ਨੇ ਆਮ ਲੋਕ, ਸੰਸਾਰੀ ਲੋਕ, ਜਿੱਥੇ ਲੇਖਾ ਜੋਖਾ ਪੁੰਨਾ ਪਾਪਾਂ ਦਾ ਹੁੰਦਾ ਹੈ। ਕਹਿੰਦੇ ਅਸੀਂ ਜਿਹੜੇ ਭਗਤੀ ਵਾਲੇ ਲੋਕ ਆ ਨਾ, ਪੀਰ ਫਕੀਰ, ਇਹ ਧਰਮਰਾਜ ਦੀ ਵੱਡੀ ਦਰਗਾਹ ਤੋਂ ਵੱਡੀ ਦਰਗਾਹ ਵਿੱਚ ਜਾਂਦੇ ਆ, ਜਿਸ ਦਰਗਾਹ ਦੇ ਵਿੱਚ ਇਹ ਆਪ ਬੈਠੇ ਹੁੰਦੇ ਨੇ। ਅਬ ਇਹ ਉੱਚੇ ਥਲ ਚਲ ਆਵੇਂ, ਸਭ ਹਿੰਦ ਕੋ ਨਿਜ ਦਰਸ ਦਿਖਾਵੇ। ਇਹਨੇ ਉੱਚੇ ਸਿੰਘਾਸਣ ਤੇ, ਉੱਚੇ ਤਖਤ ਤੇ ਬੈਠਦੇ ਨੇ। ਜਿਸ ਤਖਤ ਤੇ ਬੈਠਣ ਵਾਲੇ ਦਾ ਨਾਮ ਹੈ ਅਕਾਲ। ਤੁਸੀਂ ਰੋਜ਼ ਕਹਿੰਦੇ ਹੋ ਨਾ ਸਤਿ ਸ੍ਰੀ ਅਕਾਲ। ਸਾਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਇਹ ਸਤਿ ਸ੍ਰੀ ਅਕਾਲ ਹੈ ਕੀ ਆ। ਤੇ ਸਤਿ ਸ਼੍ਰੀ ਅਕਾਲ, ਕੋਈ ਸਤਿ ਸ੍ਰੀ ਅਕਾਲ ਆਪਣੇ ਆਪਣੇ ਤਰੀਕੇ ਲੋਕਾਂ ਬਣਾਏ, ਪਰ ਅਸਲ ਵਿੱਚ ਸਤਿ ਸ੍ਰੀ ਅਕਾਲ, ਸਤ ਸ਼ੋਭਾ ਵਾਲਾ, ਸ੍ਰੀ ਪੂਜਨੀਕ, ਅਕਾਲ ਕਿਤੇ ਮੌਤ ਕਦੇ ਨਹੀਂ ਮੇਰੀ, ਤੇ ਪ੍ਰਣਾਮ ਉਹਨੂੰ ਹੈ। ਭੁੱਲ ਗਏ ਅੱਜ ਸਿੱਖ ਪੰਜਾਬੀ ਸਤਿ ਸ੍ਰੀ ਅਕਾਲ ਬੁਲਾਉਣਾ, ਭੁੱਲ ਚੁੱਕੇ ਨੇ। ਇਹ ਨਾਰਾ ਸੀ ਅਕਾਲ ਪੁਰਖ ਦਾ। ਕਹਿੰਦੇ ਉੱਚੇ ਤਖਤ ਤੇ ਬੈਠੇ ਨੇ ਅਕਾਲ ਪੁਰਖ, ਜਿਨ੍ਹਾਂ ਦੀ ਹਜ਼ੂਰੀ ਵਿੱਚ ਛੋਟੇ ਛੋਟੇ ਰੱਬ ਪਤਾ ਨਹੀਂ ਕਿੰਨੇ ਕੁ ਬੈਠੇ ਨੇ। ਰੱਬ ਬੜੇ ਬਣਾਏ ਲੋਕਾਂ ਨੇ, ਬੜੇ ਦੇਵੀ ਦੇਵਤੇ, ਪੀਰ, ਪੈਗੰਬਰ, ਔਲੀਏ, ਅਵਤਾਰ, ਕਿੰਨਿਆਂ ਦੀ ਗਿਣਤੀ ਕਰੀਏ। ਤੁਸੀਂ ਤੇ ਇੱਕ ਬ੍ਰਹਮਾ, ਇੱਕ ਸ਼ਿਵ ਜੀ ਦੀ ਗੱਲ ਸੁਣਦੇ ਹੋ। ਮਰਜ ਦੀ ਬਾਣੀ ਪੜ੍ਹ ਕੇ ਵੇਖੋ, ਕਰੋੜਾਂ ਬ੍ਰਹਮਾ, ਕੋਟ ਬ੍ਰਹਮਾ ਜਗ ਸਾਜਣ ਦਾਏ। ਆ ਸੰਸਾਰ ਬਣਾਉਣ ਵਾਸਤੇ ਕਰੋੜਾਂ ਬ੍ਰਹਮਾ ਲੱਗੇ ਨੇ, ਸ੍ਰਿਸ਼ਟੀ ਨੂੰ ਖਤਮ ਕਰਨ ਵਾਸਤੇ ਕਰੋੜਾਂ ਸ਼ਿਵ ਜੀ ਲੱਗੇ ਹੋਏ ਨੇ। ਇੱਕ ਥੋੜੀ ਹੈ, परमात्मा आप कई रूप होया फिरदा, एक है, अनेक है, फिर एक है। आप एक है, एक तो बड़े बनाए ने, वो बड़े सृष्टि साहब रहे ने, फिर अंत में आप ही कल है, सब कुछ करने वाला है। पीर भीख मशाह कहते जो दरगाह दे विच असीं भगती वाले रब दे प्यारे जाने आ ना, ते साडे अगे धर्मराज नहीं बोलदा, दरवाजा खोल दिंदा, जाओ जी। धर्मराज की करता है, आओ बैठ आदर शुभ देओ, हथ जोड़ लैंदा है सिमरन वालियां नूं, बंदगी वालियां नूं देख के। वो कहंदा आओ जी तू आओ हमारे हर जस श्रवण सुनावण। धर्मराज कहंदा आओ बैठो रब दी गल सुनाओ ते सानू भाग लाओ ते जाओ अकाल पुरख कोले। हर बंदा नहीं उत्थे जा सकदा, अकाल पुरख दी कचहरी विच खुद धर्मराज नहीं जा सकदा, सिर्फ वो धर्म दा राजा है। उस राजे तो बड़ा अकाल पुरखों ने पता नहीं किन्ने क धर्मराज बनाए ने जिहड़े दुनिया दा लेखा जोखा कर रहे हैं। देखो किड्डी वड्डी गल पीर भीख मशाह कह रहे हैं, जो गुरबाणी मुताबिक बड़ी सोहनी खुल रही है।
ਕਹਿੰਦੇ ਜਦੋਂ ਅਸੀਂ ਦਰਗਾਹ ਵਿੱਚ ਜਾਂਦੇ ਆ, ਉੱਥੇ ਬੈਠਾ ਰੱਬ ਜਿਹੜਾ ਹੁੰਦਾ ਹੈ ਉਹ ਇਹ ਆਪ ਹੁੰਦੇ ਨੇ। ਜਿਸਨੇ ਜੋ ਕਹਿ ਬੋ ਤਬ ਹੋਏ, ਇਨ ਸੋ ਕਹੈ ਪੂਰ ਹੈ ਸੋਏ। ਕਹਿੰਦੇ ਜਿਹਨੇ ਜਿਹਨੇ ਜੋ ਆਪਣੇ ਜੀਵਨ ਵਿੱਚ ਚੰਗਾ ਕੰਮ ਕੀਤਾ ਤੇ ਕਰਨਾ ਹੈ, ਉਹ ਸਭ ਕੁਝ ਦਾ ਕੇ ਇਹਨਾਂ ਨੂੰ ਦੱਸਦਾ ਹੈ। ਪੀਰ ਕਹਿੰਦੇ ਸਾਡੇ ਤੇ ਖੁਦਾ ਹੀ ਨੇ ਨਾ, ਉਹ ਇਹਨਾਂ ਦੀ ਦਰਗਾਹ ਵਿੱਚ ਮੁਹੰਮਦ ਸਾਹਿਬ ਵੀ ਹੱਥ ਜੋੜ ਕੇ ਖੜਦੇ ਆ, ਸਤਨਾਮ ਰਾਮ ਕ੍ਰਿਸ਼ਨ। ਇਹਨਾਂ ਦੇ ਪਤਾ ਨਹੀਂ ਕਿੰਨੇ ਕੁ ਅਵਤਾਰ ਨੇ, ਕਿੰਨੇ ਕਿੰਨੇ ਅਵਤਾਰ ਇਹਨਾਂ ਤੇ, ਉਹ ਸਭ ਉਹਦੀ ਦਰਗਾਹ ਵਿੱਚ ਖੜਨ ਵਾਲੇ ਨੇ। ਰੱਬ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ ਹੈ। ਉਹ ਜਨਮ ਲੈ ਕੇ ਧਰਤੀ ਤੇ ਬਾਰ-ਬਾਰ ਨਹੀਂ ਆਉਂਦਾ, ਕਿਉਂਕਿ ਜੰਮਣ ਮਰਨ ਵਿੱਚ ਨਹੀਂ, ਉਹ ਅਕਾਲ ਹੈ। ਇੱਕ ਵਾਰ ਦੁਨੀਆ ਤੇ ਦੁਨੀਆ ਸਮਝਾਉਣ ਵਾਸਤੇ ਲਾਸਟ ਵਿੱਚ ਕਲਯੁਗ ਵਿੱਚ ਹੀ ਆਇਆ, ਆਪ ਨਿਰੰਕਾਰ ਗੁਰੂ ਨਾਨਕ। ਇਸੇ ਕਰਕੇ ਬਾਣੀ ਨੇ ਕਹਿਤਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ। ਲਾਸਟ ਵਿੱਚ ਆਏ ਨੇ, ਪਹਿਲਾਂ ਸਭ ਨੂੰ ਭੇਜ ਕੇ ਵੇਖਿਆ, ਤੂੰ ਜਾ ਕੋਈ ਚੰਗਾ ਕੰਮ ਕਰਿਆ, ਤੂੰ ਕਰਿਆ, ਸਭ ਰੱਬ ਬਣ ਕੇ ਬਹਿ ਗਏ। ਹੁਣ ਉਸ ਗੁਰੂ ਨਾਨਕ ਸਾਹਿਬ ਦੀ ਗੱਲ ਪੀਰ ਭੀਖਮ ਸ਼ਾਹ ਖੋਲਣ ਲੱਗੇ ਨੇ। ਇਹ ਅੰਦਰ ਦਾ ਭੇਦ ਹੈ, ਦੁਨੀਆ ਨਹੀਂ ਜਾਣਦੀ। ਕਹਿੰਦੇ ਆਪ ਹੀ ਹੁਣ ਸ੍ਰਿਸ਼ਟੀ ਤੇ ਆਏ ਹੋਏ ਨੇ, ਸਾਡਾ ਪੀਰਾਂ ਫਕੀਰਾਂ ਦਾ ਜ਼ੋਰ ਇਹਨਾਂ ਅੱਗੇ ਨਹੀਂ। ਅਸੀਂ ਪੁਕਾਰ ਕਰਦੇ ਹਾਂ, ਸਾਨੂੰ ਇਹ ਆਨੰਦ ਬਖਸ਼ਦੇ ਨੇ। ਨਹਿ ਖੁਦਾਏ ਕਿਨ ਦੇਖਿਓ ਕਹਾਂ, ਇਹੀ ਰੂਪ ਕੈ ਔਰ ਅਹਾਂ। ਪੀਰ ਭੀਖਮ ਸ਼ਾਹ ਨੇ ਇੱਕੋ ਗੱਲ ਆਖੀ, ਜਿਸ ਗੱਲ ਦੀ ਦੁਨੀਆ ਖੋਜ ਕਰਦੀ ਫਿਰਦੀ। ਕਹਿੰਦੇ ਕਿਸੇ ਨੇ ਰੱਬ ਵੇਖਿਆ? ਵੇਖਿਆ ਜੀ ਕਿਸੇ ਨੇ? ਸੁਣਿਆ? ਕੋਈ ਹੈ ਸੰਸਾਰ ਦੇ ਇਹੋ ਜਿਹਾ ਬੰਦਾ ਜਿਹੜਾ ਆਖੇ ਜੀ ਮੈਂ ਰੱਬ ਵੇਖਿਆ? ਪੀਰ ਭੀਖਮ ਸ਼ਾਹ ਕਹਿੰਦੇ ਮੈਂ ਖੁਦਾ ਨਹੀਂ ਵੇਖਿਆ, ਮੈਂ ਰੱਬ ਨਹੀਂ ਵੇਖਿਆ। ਜੇ ਰੱਬ ਵੇਖਿਆ ਤੇ ਰੱਬ ਗੁਰੂ ਨਾਨਕ ਵੇਖਿਆ। ਆਖੋ ਸਤਨਾਮ। ਇਹ ਤੋਂ ਵੱਡਾ ਰੱਬ ਹੋਏ ਤੇ ਦਿਸੇ, ਇਹ ਤੋਂ ਵੱਡਾ ਖੁਦਾ ਹੋਵੇ ਤੇ ਦਿਸੇ। ਆਪ ਹੀ ਤੇ ਮਾਲਕ ਹੈ, ਆਪ ਹੀ ਤੇ ਸਾਰੀ ਸ੍ਰਿਸ਼ਟੀ ਬਣਾਉਂਦੇ ਨੇ। ਜੰਮਣ ਤੇ ਮਰਨ ਤੋਂ ਰਹਿਤ ਨੇ ਦੋ ਰੂਪ ਨੇ, ਇੱਕ ਸਰਗੁਣ ਰੂਪ, ਇੱਕ ਨਿਰਗੁਣ ਰੂਪ। ਨਿਰਗੁਣ ਵਿੱਚ ਹੋ ਕੇ ਉਹਦਾ ਕੋਈ ਰੂਪ ਰੰਗ ਨਹੀਂ, ਆਕਾਰ ਨਹੀਂ। ਜਾਪ ਸਾਹਿਬ ਦੀ ਬਾਣੀ ਪੜੋ, ਚੱਕਰ ਚਿਹਨਾਰ ਵਰਨ ਜਾਤੇ ਅਰ ਪਾਤ ਨਹੀਂ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕੀਜੈ, ਕੋਟ ਇੰਦਰ ਇੰਦਰਾਨ ਸਾਹੇ ਸਹਾਣ ਗਲੀਜੈ। ਤੇਰਾ ਰੂਪੇ ਕੋਈ ਨਹੀਂ, ਰੰਗ ਹੀ ਕੋਈ ਨਹੀਂ, ਆਕਾਰ ਕੋਈ ਨਹੀਂ, ਨਾ ਤੂੰ ਜੰਮੇ ਨਾ ਤੂੰ ਮਰੇ, ਨਾ ਤੂੰ ਆਵੇ ਨਾ ਜਾਵੇਂ। ਇਹ ਨਿਰਗੁਣ ਸਰੂਪ ਹੈ। ਤੇ ਸਰਗੁਣ ਸਰੂਪ ਦੇ ਵਿੱਚ ਉਹ ਗੁਰੂ ਨਾਨਕ ਹੋਇਆ ਬੈਠਾ, ਦਸ਼ਮੇਸ਼ ਬਣ ਕੇ ਬਹਿ ਗਿਆ, ਦੁਨੀਆ ਵਰਗਾ ਹੋ ਗਿਆ। ਦੋ ਰੂਪ ਨੇ ਨਾ ਰੱਬ ਦੇ। ਨਿਰਗੁਣ ਦਿਸਦਾ ਨਹੀਂ, ਸਾਰਿਆਂ ਦੇ ਵਿੱਚ ਹੈ, ਸਰਗੁਣ ਇੱਕ ਥਾਂ ਤੇ ਹੈ। ਸਮਝਾਉਣ ਵਾਸਤੇ ਪੀਰ ਭੀਖਮ ਸ਼ਾਹ ਕਹਿੰਦੇ ਇਹ ਸਰਗੁਣ ਰੂਪ ਹੋ ਕੇ ਧਰਤੀ ਤੇ ਆਏ ਹੋਏ ਨੇ। ਹੈ ਇਹ ਉਹੀ ਨੇ। ਮੱਕਾ ਵੀ ਇਹਨਾਂ ਦਾ, ਮਦੀਨਾ ਵੀ ਇਹਨਾਂ ਦਾ, ਰਾਮ ਕ੍ਰਿਸ਼ਨ ਦੇ ਮੰਦਿਰ ਵੀ ਇਹਨਾਂ ਦੇ, ਤੇ ਗੁਰੂ ਘਰ ਵੀ ਇਹਨਾਂ ਦੇ ਨੇ। ਕਿਉਂਕਿ ਇਹ ਸਾਰੇ ਇਹਦੇ ਬਣਾਏ ਹੋਏ ਸੈਂਟਰ ਨੇ। ਰੱਬ ਤੇ ਕੋਈ ਹੈ ਨਾ। ਗੁਰਦੁਆਰੇ ਮੰਦਿਰ ਮਸੀਤਾਂ 'ਚ ਕੀ ਕਰਨ ਜਾਈਦਾ? ਖੁਦਾ ਨੂੰ ਆਵਾਜ਼ਾਂ ਮਾਰਨ ਵਾਸਤੇ, ਉਹਨੂੰ ਯਾਦ ਕਰਨ ਵਾਸਤੇ। ਇਹ ਸਿਰਫ ਉਹਨੂੰ ਯਾਦ ਕਰਨ ਵਾਲੇ ਘਰ ਨੇ। ਇਹਨਾਂ ਘਰਾਂ ਦੁਆਰਾ ਉਹ ਯਾਦ ਵਿੱਚ ਆਉਂਦਾ, ਚੇਤੇ 'ਚ ਆਉਂਦਾ, ਖਿਆਲ ਆਉਂਦੇ ਨੇ, ਖਿਆਲ ਬਣਦੇ ਨੇ। ਪੀਰ ਭੀਖਮ ਸ਼ਾਹ ਦੇ ਬਚਨਾਂ ਨੂੰ ਸੁਣ ਕੇ ਸਾਰੇ ਸੁੰਨ ਹੋ ਗਏ। ਕਹਿੰਦੇ ਕੀ ਤੇ ਸ਼ੰਕਾ ਕਰ ਬੈਠੇ, ਜਿਹੜੇ ਆਪ ਦੁਨੀਆ ਨੂੰ ਬਣਾ ਕੇ ਦੁਨੀਆ ਵੇਖ ਰਹੇ ਨੇ। ਅਸੀਂ ਕਦੇ ਰੱਬ ਨਹੀਂ ਵੇਖਿਆ, ਕਿਉਂਕਿ ਰੱਬ ਹੀ ਇਹ ਹੈ। ਕਿੰਨੀ ਵਾਰ ਜਨਮ ਲੈ ਕੇ ਧਰਤੀ ਤੇ ਦੁਨੀਆ ਤਾਰਨ ਅਸੀਂ ਆਏ, ਕਿੰਨੀ ਵਾਰ ਗਏ। ਸਾਡਾ ਆਉਣਾ ਜਾਣਾ ਇਹਨਾਂ ਕੋਲ ਮੁਕਤ ਹੈ, ਇਹਨਾਂ ਨੂੰ ਨਮਸਕਾਰ ਹੁੰਦੀ ਹੈ। ਅਬ ਨਿਜ ਤਨ ਜੋ ਧਾਰਨ ਕੀਨ, ਦਰਸੇ ਤਾਹਾਂ ਜਨਮ ਜਹਲੀਨ। ਕਹਿੰਦੇ ਖੁਸ਼ੀ ਤੇ ਤਾਂ ਹੋਈ ਵੀ ਜਿਸ ਖੁਦਾ ਨੂੰ ਦਰਗਾਹ ਵਿੱਚ ਮਿਲਦੇ ਆ, ਉਹ ਪਟਨੇ ਦੀ ਧਰਤੀ ਤੇ ਆਇਆ ਤੇ ਮੈਂ ਭੱਜਿਆ ਗਿਆ ਮੱਥਾ ਟੇਕਣ। ਤੇ ਹੁਣ ਪਤਾ ਲੱਗਿਆ ਵੀ ਉਹ ਖੁਦਾ ਯਾਨ ਪਰਮਾਤਮਾ ਪਿਆਰਾ ਲਖਨੌਰ ਸਾਹਿਬ ਦੀ ਧਰਤੀ ਤੇ ਆਇਆ ਹੈ। ਤੇ ਜੇ ਮੇਰਾ ਦਰਗਾਹ ਦਾ ਸਾਈਂ ਵਾਲੀ ਆਊਗਾ ਤੇ ਮੈਂ ਤੇ ਦਰਸ਼ਨ ਕਰਨੇ ਆਉਣਾ ਹੀ ਆਉਣਾ ਹੈ। ਇਹ ਗੱਲ ਵੱਖਰੀ ਤੁਹਾਨੂੰ ਸਮਝ ਨਾ ਆਵੇ। ਹਿੰਦੂ ਤੁਰਕ ਰਹੇ ਜਗ ਦੋਏ, ਪਰਖੇ ਤਾਹਾਂ ਪਹੁੰਚ ਮੈਂ ਸੋਏ। ਮੈਂ ਆਪਣੀ ਦਰਗਾਹ ਵਿੱਚ ਜਾ ਕੇ ਉੱਥੇ ਵੇਖਿਆ, ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ। ਉੱਥੇ ਤੇ ਈਮਾਨ ਪਰਖਿਆ ਜਾਂਦਾ, ਇਹ ਸੱਚਾ ਕਿੰਨਾ ਕਾ। ਆਖੋ ਸਤਨਾਮ। ਧਰਮ ਸਾਰੇ ਚੰਗੇ। ਸਭ ਤੋਂ ਸੌਖਾ, ਸਭ ਤੋਂ ਮਹਾਨ, ਸਭ ਤੋਂ ਵੱਡਾ ਧਰਮ ਕੀ ਹੈ? ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ।
परमात्मा का नाम जपना, गुरु वाले होना सब तो उत्तम ते श्रेष्ठ धर्म है। पीर भीखम शाह दी गल्लां सुन के कईयां दा मन भरिया आ, कईयां दी अजे भी तसल्ली होई ना। धरी कामना अब मैं आए, कीन जाचना लीन सुबाए। कहंदे ऐ मूर्खो तुहानू इस गल दा पता मैं क्यों आया, की कीता मैं? कहंदे ना, कहंदे तुसी बोले ते है नहीं, गोदी चुक के घूमदे रहे। पीर भीखम शाह कहंदे ओने बुलाया नहीं ते मैं बोलिया नहीं, ओने सुनिया नहीं मैं सुनाया नहीं, पर रहा कुछ नहीं जो मैं कहा होवे ना आखो सतनाम। ते ओ सुनिया कुछ ना होवे ते ऐसा ओदे कोल भी नहीं हो सकदा। की गल जी, जबान तो नहीं बोले, रसना तो नहीं बोले, गल ते दिलां दी हो रही सी ना, अंदर दियां गल्लां सी जिन्हू जमाना जान नहीं सकदा। तरन होए तन रन को करे, तेज तुर्क गन को सब हरै। कहंदे उसे थां ते चौंकड़ा ला के पीर भीखम शाह रस्ते विच बैठे, कहंदे बह के सुन लो, बच्चा ना जाणिओ ये आप गुरु नानक पातशाह ने हुण अपना रूप बदल लेना है। ये जंग करनगे, जंग 14 जंग इन्हां ने करने, जिन्हां जंगां दे विच किसी औरत दा मसला नहीं, किसी पैसे दा मसला नहीं, किसी राजनीति दा मसला नहीं ते किसी दे ईमान दा खतरा नहीं। इन्हां दे जंग ने जुल्म दे खिलाफ, तलवार चुकन लगे ने। एक चलेगी तलवार ते दूजी चलेगी लंगर दी देग, देग तेग जग में दो चले। दो चीजां दशमेश पिता ने चलाइयां, जे लंगर भी चलाया ते दुश्मनां विच भाई कन्हैया जी पानी पिलाउंदे फिरदे ते उत्थे भी पी रहे ने सारे, उत्थे भी तरस कर रहे ने। रब वेखदे सब दे विच ते इन्हां दी तलवार, इन्हां दे युद्ध जुल्म दे खिलाफ होणगे। पापी औरंगजेब दा इन्ना पार बुलाउणा है। दिल्ली अर लवपुरी मजार, सब की लहै पाग उतार। इन्हां दी सरकार होएगी, सरकार ए खालसा। वो कदों बनी? बाबा बंदा सिंह बहादुर सिख कौम दे पहले सम्राट बादशाह होए, सिख कौम दे। फिर राज होया महाराजा रणजीत सिंह दा। वो भी दिन सी दिल्ली दे लाल किले ते अंग्रेजां दे राज तो बाद खालसे दा केसरी झंडा झूलदा सी। वो राजे कौन सी? राजा बघेल सिंह, सिख कौम दे बादशाह, जिन्हां दी याद हर साल बाद दिल्ली दे लाल किले ते मनाई जांदी है। जिथे तिरंगा झूलदा कदे खालसे दा झंडा सी, ते एडे बेपरवाह ने राज भाग छड्ड के कहंदे चलो दिवाली विसाखी मनाउणा अंम੍ਰਿਤਸਰ ਸਾਹਿਬ चली, छड़ दिओ आपां की लेना तखत तो। एडी बेपरवाह फौज है। ते हुण पीर भीखम शाह कहंदे मैनूं दिस रिहा है इन्हां दा राज होएगा, दिल्ली विच इन्हां दा हुक्म चलेगा ते लाहौर विच, अगे पंजाब दा खिता सी दिल्ली ते लाहौर, हुण ते ना पंजाब कोल दिल्ली है ना पंजाब कोल लाहौर है। जो अपना हिस्सा सी वो भी हरियाणा बन गया, हिमाचल बन गया, पता नहीं किन्नियां थावां ते कट्टिया गया, कुछ राजस्थान विच आ गया, हुण ते चिड़ी दा पहुंचा ही रह गया ना जना। कदी खालसे दा राज सी इस पंजाब दे विच, जिहदियां हद्दां अफगानिस्तान तक लगदियां सी पंजाब दीयां। वो समय दी गल पीर भीखम शाह कर रहे ने, कहंदे दिल्ली तो लाहौर तक इन्हां दी सल्तनत होवेगी। रहन देहन है पत किस कीर, कर है धूल जो सैल उचेर। आ जेड़े फिरदे ना घोड़े भजाई औरंगजेब दे पापी दुश्मन, पापी साथी, पापी मित्र, कहंदे इन्हां चों किसे ने नहीं रहना, सब दियां पग्गां रुल जाणगीਆਂ। पग तो भाव सरदारी, बस फिर खालसे कोल सरदारी होएगी, जो हुक्म खालसा करेगा वही रहेगा। ते जिन्हां मुसलमानां ने पाप कीते उन्हां दा खरा खोद बटेगा। इशारा किधर है? पापी वजीर खान जेड़ा कहंदा सी सूबे सरहंद तो वड्डा हिंदुस्तान च सूबा कोई नहीं बली है, किते कबरों दी बनी हुई। साहिबजादियां नूं दुनिया हर साल याद करदी, फतेहगढ़ साहिब दी धरती ते जावे हर हिंदू, हर मुसलमान, हर सिख रो रो नमस्कारां करदा है, पर उस सूबे दी थां नहीं किते मिलदी, कोई दीवा ही बाल दे, याद ही नहीं करदा कोई। अपने टाइम च नाम सी ना, हुण किन्ने जुल्म कमाए ने। पीर भीखम शाह कहंदे ना सढौरा बचना, ना समाना रहना है, ते ना आउण वाले समय च सरहंद बचनी है। खालसे दे राज विच सब मलिया मेट होएगा। निज टुकरा बख्शावन गयो, कृपा करी मोहे को भर दियो। बड़े बड़े राजे महाराजे इन्हां दा पानी भरनगे, साह नहीं कड्डणगे। मैं ते अपना टुकड़ा लंगर बख्शाउण गया सी, किते खालसा मैनू मुसलमान समझ के
अत्याचार करके मेरा लंगर ना खोले, पटाई ना खोले, भी बंद कर दे। पर ए ने मालिक हिंद दे, इन्हां जो हुक्म सुनाता पीरा, जद तक मेरा खालसा ते दुनिया रहेगी तेरे लंगर वाल कोई अख भर के नहीं वेख सकदा। खो सतनाम। मूर्खो तुसी रब दी निंदिया करी जांदे हो। तुसी आखदे हो बच्चा छोटा जा, ओदे कोल है कुछ नहीं, ओ खेड़दा ए। कहंदे मैं ते सारा कुछ ही ले आया, जो कुछ मैं दसिया भी नहीं ओना ओ भी कुछ दे दिता ए। मीर दीन को सर्ब बिरतांत, केन सुनावन हरखत गात। कहंदे ठसके वाला जिने पिंड दिता सी, एक पिंड जा दे के माण करदा सी, ओने चरण फड़ ले पीर भीखम शाह दे। कहंदा ओ रब तेरा ते साडा रब तू। आखो सतनाम। माफ करियो फकीर जी, सानू तुहाडीआं खेडां समझ नहीं आईआं, माफ करियो। पीर भीखम शाह हस पए, माफियां काहदियां, जे तेरे मन विच पछतावा हो गया एक दिन तैनू भी मिला लियावांगे। इते खुदा है, रब किते दूर थोड़ा बैठा है। बंदे दा नजरिया बदल जे, रब हर थां ते हर बंदे च, हर जानवर विच, हर पशु पंछी विच है। जे नजरिया नहीं ते गुरु घर बह के भी इत्थे लोग कथा कीर्तन सुन के भी, पाठ सुन के भी बाहर निकल के निंदिया ही करदे। आखो सतनाम। जिन्हां नूं समझ नहीं, जिन्हां नूं मत आ गई, जिन्हां नूं ज्ञान आ गया, गुरु दी सोझी हो गई ना, वो संसार दी निंदिया दा भार ही नहीं चुकदे। कहंदे अपने माड़े कर्म ने असीं दूजे नूं माड़ा की कहना। पीर भीखम शाह दे बचनां नूं सुन के वो ठसके वाला मीर बड़ा हैरान होया, बार बार माफी मंगदा ए। अब संतोख सिंह करत उचारे, तिसको ग्राम सो निकट हमारे। भाई संतोख सिंह जी कहंदे मेरा नगर भी पिंड सियाणे कोल सी, अजकल हरियाणा पैंदा इकट्ठे जी पै जांदे ने। जिला अंबाला भी नाल है, कुरुक्षेत्र भी नाल है, जिथे जे एरिया पैंदा है। ਹੁਣ ਲਖਨੌਰ ਸਾਹਿਬ ਦੀ ਧਰਤੀ ਤੋਂ ਚੱਲੇ ਸੀ, ਲਖਨੌਰ ਸਾਹਿਬ ਤੇ ਜ਼ਿਲ੍ਹਾ ਅੰਬਾਲੇ ਵਿੱਚ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਨਾਨਕੇ ਪਿੰਡ ਨੇ, ਜਿੱਥੋਂ ਚੱਲੇ ਆਉਂਦੇ ਸੀ। ਤੇ ਕਵੀ ਜੀ ਕਹਿੰਦੇ ਆਹ ਬਚਨ ਜਿਹੜਾ ਪੀਰ ਭੀਖਮ ਸ਼ਾਹ ਨੇ ਲਿਆ, ਮੈਂ ਆਪਣੀਆਂ ਅੱਖਾਂ ਨਾਲ ਸੁਣਿਆ ਵੀ ਤੇ ਵੇਖਿਆ ਵੀ ਹੈ। ਅੱਜ ਵੀ ਉਹਨਾਂ ਦੇ ਲੰਗਰ ਉਸੇ ਤਰ੍ਹਾਂ ਚੱਲਦੇ ਨੇ, ਭਾਵੇਂ ਉਹਨਾਂ ਦੇ ਨਗਰ ਚਲੇ ਜਾਓ ਜਾਂ ਕੜਾਮ ਚਲੇ ਜਾਓ, ਉੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਭਾਵੇਂ ਉਹ ਮੁਸਲਮਾਨ ਨੇ, ਇੱਕ ਦਿਨ ਐਸਾ ਵੀ ਆਇਆ ਸੀ ਇਸਲਾਮ ਵਾਲਿਆਂ ਨੇ ਪੀਰ ਭੀਖਮ ਸ਼ਾਹ ਨੂੰ ਆਪਣੇ ਧਰਮ ਚੋਂ ਹੀ ਕੱਢਤਾ। ਕਹਿੰਦੇ ਮੁਸਲਮਾਨ ਨਹੀਂ, ਇਹ ਕਾਫਰ ਹੈ। ਕਿਉਂ ਕਾਫਰ ਹੈ? ਇਹ ਕਲਗੀ ਵਾਲੇ ਦਾ ਸੇਵਕ। ਆਖੋ ਸਤਨਾਮ। ਇਹਦਾ ਪਿਆਰ ਉਹਦੇ ਨਾਲ ਹੈ। ਤੇ ਪੀਰ ਭੀਖਮ ਸ਼ਾਹ ਨੇ ਕਹਿ ਦਿੱਤਾ ਸੀ ਮਹਾਰਾਜ ਇਸਲਾਮ ਜੋਗਾ ਤੇ ਮੈਂ ਰਿਹਾ ਨਹੀਂ, ਮੈਨੂੰ ਤੁਸੀਂ ਰੱਖ ਲਓ। ਮਰਦ ਕਹਿੰਦੇ ਜਿਹੜਾ ਖੁਦਾ ਦਾ ਹੋਵੇ ਉਹਨੂੰ ਕੋਈ ਰੱਖਦਾ ਨਹੀਂ ਹੁੰਦਾ, ਦੁਨੀਆ ਨੂੰ ਉਹ ਰੱਖਦਾ ਹੁੰਦਾ। ਆਖੋ ਸਤਨਾਮ। ਪੀਰ ਜੀ ਤੈਨੂੰ ਸਹਾਰਿਆਂ ਦੀ ਲੋੜ ਨਹੀਂ, ਤੂੰ ਖੁਦਾ ਦਾ ਤੇ ਖੁਦਾ ਤੇਰਾ, ਤੂੰ ਸਾਡਾ ਤੇ ਅਸੀਂ ਤੇਰੇ। ਮਰਦ ਨੇ ਵਚਨ ਕਹਿ ਦਿੱਤਾ ਸੀ। ਕਵੀ ਜੀ ਕਹਿੰਦੇ ਵਕਤ ਪਿਆ ਸੀ, ਖਾਲਸੇ ਦਾ ਰਾਜ ਹੋਇਆ। ਪੀਰ ਬੁੱਧੂ ਸ਼ਾਹ ਦਾ ਪਿੰਡ ਸਢੌਰਾ ਵੀ ਗੁਰੂ ਕੇ ਖਾਲਸੇ ਨੇ ਤਹਿਸ ਨਹਿਸ ਕਰ ਦਿੱਤਾ ਸੀ। ਜਿਨ੍ਹਾਂ ਜਿਨ੍ਹਾਂ ਪਾਪੀਆਂ ਨੇ ਪਾਪ ਕਮਾਏ ਉਹ ਨਗਰਾਂ ਦੀ ਥਾਂ ਨਾ ਬਚੀ। ਪਰ ਕਹਿੰਦੇ ਇਹਦੇ ਨਗਰ ਵੱਲ ਕਿਸੇ ਸਿੱਖ ਨੇ ਅੱਖ ਭਰ ਕੇ ਨਹੀਂ ਵੇਖਿਆ, ਨਾ ਕਿਸੇ ਨੇ ਖਜ਼ਾਨਾ ਲੁੱਟਿਆ ਜਿਹੜਾ ਭੱਜ ਕੇ ਪੀਰ ਭੀਖਮ ਸ਼ਾਹ ਦੇ ਥਾਂ 'ਚ ਵੜ ਜਾਂਦਾ ਸੀ। ਕਿੱਡਾ ਵੀ ਪਾਪੀ ਹੋਵੇ ਜਾਨ ਬਖਸ਼ ਦਿੰਦੇ ਸੀ। ਕਹਿੰਦੇ ਇਹ ਹੁਣ ਆਪਣਿਆਂ ਦੇ ਵਿਹੜੇ ਆ ਗਿਆ। ਆਖੋ ਸਤਨਾਮ। ਇਹਨਾਂ ਨੂੰ ਕੁਝ ਆਖਣਾ ਨਹੀਂ। ਚੌਹ ਦਿਸ਼ ਸਿੰਘਨ ਰਾਜ ਬਡੇਰਾ, ਠਸਕਾ ਗ੍ਰਾਮ ਵਿੱਚ ਹਮਹੀਰਾ। ਕਹਿੰਦੇ ਜਦੋਂ ਸਿੰਘਾਂ ਦਾ ਖਾਲਸੇ ਦਾ ਰਾਜ ਸੀ, ਹਰ ਮੁਸਲਮਾਨ ਤੇ ਟੈਕਸ ਲੱਗਿਆ। ਸਰਕਾਰਾਂ ਲਾਉਂਦੀਆਂ ਹੀ ਨੇ, ਅੱਜ ਵੀ ਲੱਗੇ ਸਾਡੇ ਸਾਰਿਆਂ ਦੇ ਟੈਕਸ। ਪਰ ਕਹਿੰਦੇ ਖਾਲਸੇ ਨੇ ਪੀਰ ਭੀਖਮ ਸ਼ਾਹ ਦੇ ਪਿੰਡ ਤੇ ਟੈਕਸ ਨਹੀਂ ਲਾਇਆ। ਇਸ ਨਗਰ ਵਿੱਚ ਵਸਣ ਵਾਲਿਆਂ ਨੂੰ ਕਿਸੇ ਨੂੰ ਹਾਲਾ ਭਰਨਾ ਨਹੀਂ ਸੀ ਪੈਂਦਾ, ਟੈਕਸ ਦੇਣਾ ਨਹੀਂ ਸੀ ਪੈਂਦਾ, ਮਾਲੀਆ ਭਰਨਾ ਨਹੀਂ ਸੀ ਪੈਂਦਾ। ਜਿਹੜਾ ਪੀਰ ਭੀਖਮ ਸ਼ਾਹ ਦਾ ਨਾਂ ਵੀ ਲੈ ਦਿੰਦਾ ਸੀ ਨਾ, ਉਹਨੂੰ ਵੀ ਸਿੱਖ ਹੱਥ ਜੋੜ ਕੇ ਸਤਿਕਾਰ ਕਰਦੇ ਸੀ, ਤੂੰ ਸਾਡੇ ਕੋਲੋਂ ਲੈ ਜਾ, ਸਾਡੇ ਆਪਣਿਆਂ ਚੋਂ ਆਇਆ। ਉਹ ਸਿੱਖ ਦਾ ਤੇ ਪਿਆਰ ਇੰਨਾ ਹੁੰਦਾ ਹੈ, ਸੱਚ ਜਾਣਿਓ ਦੁਨੀਆ ਦੇ ਰਿਸ਼ਤੇ ਰਿਸ਼ਤੇਦਾਰੀਆਂ 'ਚ ਕੁਛ ਨਹੀਂ ਬਣਨਾ, ਕੁਛ ਵੀ ਨਹੀਂ। ਕਦੇ ਕਿਸੇ ਸਿੱਖ ਨਾਲ ਪ੍ਰੇਮ ਬਣਾ ਕੇ ਵੇਖੋ, ਸਿੱਖੀ ਵਰਗਾ ਤੇ ਰਿਸ਼ਤਾ ਹੀ ਕੋਈ ਨਹੀਂ। ਆਖੋ ਸਤਨਾਮ। ਦਸ਼ਮੇਸ਼ ਪਿਤਾ ਨੇ ਸਾਨੂੰ ਇਹ ਰਿਸ਼ਤਾ ਨਿਭਾਉਣਾ ਸਿਖਾਇਆ। ਰਿਸ਼ਤਾ ਨਿਭਿਆ ਵੀ ਕੈਸਾ, ਭਾਈ ਮਹਾ ਸਿੰਘ ਵਰਗੇ ਪੁੱਤਰ ਬਦਾਵਾ ਦੇ ਕੇ ਆ ਗਏ ਸੀ। ਤੇ ਮੁਕਤਸਰ ਦੀ ਪਾਵਨ ਧਰਤੀ ਤੇ ਸਤਿਗੁਰਾਂ ਨੇ ਜਦੋਂ ਆਪਣੇ ਪੁੱਤ ਕੋਲੇ ਨਹੀਂ, ਪਰਿਵਾਰ ਕੋਲੇ ਨਹੀਂ, ਸਰਵੰਸ ਕੋਲੇ ਨਹੀਂ, ਸਭ ਕੁਝ ਉਜੜ ਗਿਆ, ਸਭ ਕੁਝ ਖਤਮ ਹੋ ਗਿਆ। ਉਹ ਸਿੱਖਾਂ ਦਾ ਦਿੱਤਾ 1 ਫੁੱਟ ਦਾ, 1 ਗਿੱਠ ਦਾ ਕਾਗਜ਼ ਆਪਣੇ ਪੱਲੇ ਨਾਲ, ਸੀਨੇ ਨਾਲ ਬੰਨ ਕੇ ਰੱਖਿਆ ਹੋਇਆ ਸੀ। ਇਹ ਸੀ ਰਿਸ਼ਤਾ।
ਇਹ ਪ੍ਰੇਮ ਦਾ ਰਿਸ਼ਤਾ ਹੈ। ਖੂਨ ਦੇ ਰਿਸ਼ਤੇ ਫੇਲ ਹੋ ਜਾਂਦੇ ਇੱਥੇ ਆ ਕੇ। ਪੀਰ ਭੀਖਮ ਸ਼ਾਹ ਬੇਸ਼ੱਕ ਮੁਸਲਮਾਨ ਨੇ, ਪਰ ਸਿੱਖ ਕੌਮ ਦੇ ਵਿੱਚ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਹੈ। ਅੱਜ ਵੀ ਸੰਗਤਾਂ ਉਹਨਾਂ ਨੂੰ ਯਾਦ ਕਰਦੀਆਂ ਨੇ। ਧੰਨ ਨੇ ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਦੇ ਪਹਿਲਾਂ ਦੀਦਾਰ ਕੀਤੇ। ਕਿਸੇ ਸਿੱਖ ਨੂੰ ਪਹਿਲਾਂ ਦਰਸ਼ਨ ਨਹੀਂ ਸੀ ਹੋਏ, ਸਭ ਤੋਂ ਪਹਿਲਾਂ ਇੱਕ ਮੁਸਲਮਾਨ ਪੀਰ ਭੀਖਮ ਸ਼ਾਹ ਨੂੰ ਦੀਦਾਰ ਹੋਏ ਕਲਗੀ ਵਾਲੇ ਪਿਤਾ ਦੇ ਪਟਨੇ ਦੀ ਧਰਤੀ ਤੇ ਮਰਦ ਨਾਲ ਪ੍ਰੇਮ ਉਹਨਾਂ ਦਾ ਕਿੰਨਾ ਹੈ। ਜਿਹੜੇ ਨਾਲ ਸੁਣ ਰਹੇ ਸੀ ਉਹਨਾਂ ਨੂੰ ਪਛਤਾਵਾ ਹੋਇਆ, ਓਏ ਅਸੀਂ ਰੱਬ ਦੇ ਕੋਲੇ ਵੀ ਫਿਰਦੇ ਰਹੇ, ਰੱਬ ਦਾ ਭੇਦ ਨਾ ਜਾਣਿਆ। ਸ਼ਾਹੋ ਭੀਖ ਕੇ ਰਹੇ ਫਕੀਰ, ਦੇਗ ਤੇਗ ਤੇ ਆਵੇ ਤੀਰ। ਪੀਰ ਭੀਖਮ ਸ਼ਾਹ ਤੋਂ ਬਾਅਦ ਉਹਨਾਂ ਦੀ ਗੱਦੀ ਤੇ ਜਿਹੜੇ ਪੀਰ ਫਕੀਰ ਬੈਠਦੇ ਰਹੇ, ਖਾਲਸੇ ਨੇ ਕਦੇ ਅਤਿਆਚਾਰ ਨਹੀਂ ਕੀਤਾ, ਉਹਨਾਂ ਦਾ ਸਨਮਾਨ ਕੀਤਾ। ਜੇ ਕਦੇ ਲੰਗਰ ਦੀ ਘਾਟ ਵੀ ਆਈ ਤੇ ਗੁਰੂ ਕੇ ਖਾਲਸੇ ਨੇ ਆਪ ਜਾ ਕੇ ਲੰਗਰ ਲਾਇਆ। ਇਹ ਤੇ ਖਾਲਸਾ ਹੈ ਹੀ ਇਹੋ ਜਿਹਾ। ਵਕਤ ਸੰਸਾਰ ਤੇ ਵਿਸ਼ਵ ਤੇ ਵਰਲਡ ਤੇ ਕਿਤੇ ਵੀ ਪੈ ਜੇ, ਖਾਲਸਾ ਕਿਸੇ ਦੀ ਜਾਤ, ਕਿਸੇ ਦਾ ਧਰਮ, ਕਿਸੇ ਦੀ ਕੌਮ, ਕਿਸੇ ਦਾ ਈਮਾਨ ਨਹੀਂ ਵੇਖਦਾ। ਇਹਦਾ ਧਰਮ ਕੀ ਭੁੱਖਿਆਂ ਨੂੰ ਭੋਜਨ ਛਕਾਉਣਾ, ਪਿਆਸਿਆਂ ਨੂੰ ਪਾਣੀ ਪਿਲਾਉਣਾ, ਨੰਗਿਆਂ ਨੂੰ ਬਸਤਰ ਪਹਿਨਾਉਣਾ। ਜਦ ਵੀ ਕਿਤੇ ਦੁਨੀਆ ਵਿੱਚ ਆਫਤ ਆਉਂਦੀ ਤੇ ਗੁਰੂ ਨਾਨਕ ਦਾ ਸਿੱਖ ਸੇਵਾ ਲਈ ਖੜਾ ਹੁੰਦਾ ਹੈ, ਇਹਨੂੰ ਕਮੀ ਨਹੀਂ ਆਉਂਦੀ। ਤੇ ਉਸ ਵੇਲੇ ਪੀਰ ਭੀਖਮ ਸ਼ਾਹ ਦੀ ਗੱਦੀ ਤੇ ਕੋਈ ਆਂਚ ਨਹੀਂ ਆਈ, ਜੋ ਅੱਜ ਤੱਕ ਵੀ ਉਸੇ ਤਰ੍ਹਾਂ ਚੱਲਦੀ ਹੈ। ਸਿੰਘ ਭੂਪ ਨਹਿ ਛੇਨਿਓ ਕਾਹੂ, ਰਹਿਓ ਤਿਨਹੋ ਢਿਗ ਸਭ ਕੇ ਮਾਹੂ। ਕਹਿੰਦੇ ਬੜੇ ਮੁਸਲਮਾਨਾਂ ਦੇ ਰਾਜ ਸਿੱਖਾਂ ਨੇ ਖੋਏ, ਖੋ ਕੇ ਜ਼ਬਤ ਕਰ ਲਏ, ਪਰ ਪੀਰ ਭੀਖਮ ਸ਼ਾਹ ਦੇ ਜੋ ਨਾਮ ਤੇ ਪ੍ਰਾਪਰਟੀ ਸੀ, ਉਹਨਾਂ ਦੇ ਅਸਥਾਨ ਦੇ ਪਿੰਡ ਦੇ ਸਿੱਖਾਂ ਨੇ 1 ਇੰਚ ਦਾ ਖਿੱਤਾ ਵੀ ਨਹੀਂ ਖੋਇਆ, ਸਗੋਂ ਮਾਣ ਬਖਸ਼ਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਕੇ ਬੈਨ, ਜਗ ਮਹਿ ਅਟਲ ਮਿਟੇ ਕੇ ਮਹਿਨ। ਕਵੀ ਭਾਈ ਸੰਤੋਖ ਸਿੰਘ ਕਹਿੰਦੇ ਇਸ ਕਥਾ ਨੂੰ ਲਿਖਦਿਆਂ ਮੈਨੂੰ ਮਾਣ ਹੁੰਦਾ, ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਦੇ ਬਚਪਨ ਦੇ ਕਹੇ ਬੋਲ ਅੱਜ ਤੱਕ ਹੀ ਉਹਨਾਂ ਤਿੰਨੇ ਪਿੰਡਾਂ ਵਿੱਚ ਵਰਤ ਰਹੇ ਨੇ। ਆਖੋ ਸਤਨਾਮ। ਅੱਜ ਤੱਕ ਪਿੰਡਾਂ ਦੇ ਲੋਕ ਇਹ ਨਹੀਂ ਸੋਚਦੇ ਮੁਸਲਮਾਨ ਦੀ ਬਾਜ਼ਾਰ ਆਓ ਮੱਥਾ ਟੇਕਣ ਜਾਂਦੇ ਨੇ ਪਿਆਰ ਵਿੱਚ, ਕਿਉਂਕਿ ਬ੍ਰਹਮ ਗਿਆਨੀ ਸੀ ਪੀਰ ਭੀਖਮ ਸ਼ਾਹ। ਮੇਰੇ ਦਸ਼ਮੇਸ਼ ਪਿਤਾ ਦਾ ਅਨੰਨ ਭਗਤ, ਅਨੰਨ ਸਿੱਖ ਸੀ, ਪਿਆਰ ਵਾਲਾ। ਤੇ ਅੱਜ ਵੀ ਸਿੱਖ ਉਹਨਾਂ ਤੇ ਦੀਦਾਰ ਕਰਨ ਜਾਂਦੇ, ਉਹਨਾਂ ਦੇ ਸਥਾਨਾਂ ਤੇ। ਇਹ ਤੇ ਪੰਥ ਦੇ ਪ੍ਰਮਾਣਿਤ ਪੀਰ ਨੇ, ਪੀਰ ਬੁੱਧੂ ਸ਼ਾਹ, ਪੀਰ ਭੀਖਮ ਸ਼ਾਹ। ਤੇ ਨਾਭਾ ਸਾਹਿਬ ਦੀ ਧਰਤੀ ਤੇ ਪੀਰ ਅਜੋ ਆਪਣੇ ਨੇੜੇ ਗੁਰਦੁਆਰਾ ਨਾਭਾ ਸਾਹਿਬ ਹੈ, ਜਿਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਧਿਆਨ ਰੱਖਿਆ। ਤੇ ਮਾਛੀਵਾੜੇ ਦੀ ਧਰਤੀ ਤੇ ਗਨੀ ਖਾਂ, ਨਵੀ ਖਾਂ, ਮਾਲਵੇ ਦੀ ਧਰਤੀ ਤੇ ਬੜੇ ਐਸੇ ਪੀਰ ਨੇ ਜਿਨ੍ਹਾਂ ਨੇ ਸਤਿਗੁਰਾਂ ਦਾ ਸੰਗ ਕੀਤਾ। ਤੇ ਉਹ ਸਿੱਖ ਸੀ ਮਰਦ ਦੇ, ਲਿਬਾਸ ਕਰਕੇ ਨਹੀਂ ਕੋਈ ਹੁੰਦਾ, ਸਿੱਖ ਤੇ ਜਜ਼ਬਾਤਾਂ ਕਰਕੇ ਹੁੰਦਾ, ਖਿਆਲਾਂ ਕਰਕੇ ਹੁੰਦਾ। ਪੀਰ ਭੀਖਮ ਸ਼ਾਹ ਦਾ ਕਹਿੰਦੇ ਸਥਾਨ ਅੱਜ ਵੀ ਵਸਦਾ ਹੈ। ਕਵੀ ਜੀ ਕਹਿੰਦੇ ਇਹ ਦਸ਼ਮੇਸ਼ ਪਿਤਾ ਸਤਿਗੁਰਾਂ ਦੇ ਬਚਨ ਨੇ, ਜੋ ਅੱਖੀ ਵੇਖੇ ਆਪ ਹਨ। ਸਭ ਸੰਗਤ ਗੁਰ ਸਿਮਰਨ ਕਰੋ, ਬੇਗਨ ਦੋਹੋਂ ਲੋਕਨ ਕੇ ਹਰੋ। ਕਵੀ ਜੀ ਨੇ ਹੁਣ ਇੱਥੇ ਖਾਸ ਕਰਕੇ ਇੱਕ ਬਚਨ ਆਖਿਆ, ਕਹਿੰਦੇ ਐ ਸੰਗਤ ਜੀ ਤੁਸੀਂ ਇਸ ਕਥਾ ਨੂੰ ਸੁਣ ਰਹੇ ਹੋ ਨਾ, ਜੇ ਮੇਰੇ ਕਲਗੀਧਰ ਪਿਤਾ ਦਾ ਧਿਆਨ ਧਰ ਕੇ ਕਿਤੇ ਚਰਨਾਂ 'ਚ ਅਰਦਾਸ ਕਰੋ ਤੇ ਸਿਮਰਨ ਸੰਗਤ ਵਿੱਚ ਬਹਿ ਕੇ ਕਰ ਲਓ, ਕਹਿੰਦੇ ਮੈਂ ਆਪਣੇ ਜੀਵਨ ਦੀ ਹਾਮੀ ਭਰਦਾ, ਤੁਹਾਡੇ ਤੇ ਦੁੱਖ ਰਹਿਣਾ ਕੋਈ ਨਹੀਂ। ਆਖੋ ਸਤਨਾਮ। ਲਿਖਣ ਵਾਲੇ ਦਾ ਨਿਸ਼ਚਾ। ਧੰਨ ਸੀ ਕਵੀ ਭਾਈ ਸੰਤੋਖ ਸਿੰਘ, ਜਿਨੇ 10 ਸਤਿਗੁਰਾਂ ਦਾ ਇਤਿਹਾਸ ਕਲਮਬੱਧ ਕੀਤਾ, ਕਲਮਬੱਧ ਕੀਤਾ। ਅੱਜ ਉਹ ਪਿਆਰ ਵਿੱਚ ਕਹਿੰਦੇ ਨੇ, ਕਹਿੰਦੇ ਮੇਰੇ ਕਲਗੀ ਵਾਲੇ ਪਿਤਾ ਬਚਪਨ ਦੇ ਵਿੱਚ ਇਹੋ ਜਿਹੇ ਰੰਗਲੇ ਚੋਜ ਨਿਤ ਵਰਤਾਉਂਦੇ ਨੇ। ਦੋਹਰਾ ਆਪਰ ਭਾਰਤਾ ਕਛ ਕਹਾਂ, ਜਿਮ ਬੀਤੀ ਲਖਨੌਰ, ਬਲ ਸਰੀਰ ਬ੍ਰਿਦਤ ਗੁਰੂ, ਜੋ ਸਭ ਜਗ ਸਿਰ ਮੋਰ। ਕਵੀ ਜੀ ਇੱਥੇ ਜ਼ਿਕਰ ਕਰਦੇ ਨੇ, ਕਹਿੰਦੇ ਹੋਰ ਮੈਂ ਸਤਿਗੁਰਾਂ ਦੇ ਜੀਵਨ ਵਿੱਚੋਂ ਸੰਖੇਪ ਦੀ ਵਾਰਤਾ ਲਖਨੌਰ ਸਾਹਿਬ ਦੀ ਦੱਸਦੇ ਆ। ਜੇ ਵਿਸਥਾਰ ਵਿੱਚ ਲਿਖੀਏ, ਕਹਿੰਦੇ ਆ ਜ਼ਿੰਦਗੀ ਵੀ ਥੋੜੀ ਹੈ ਗੁਰਾਂ ਦਾ ਜਸ ਲਿਖਣ ਵਾਸਤੇ, ਛੋਟੀ ਹੈ ਜ਼ਿੰਦਗੀ, ਬਹੁਤੀ ਵੱਡੀ ਨਹੀਂ। ਜੇ ਜਸ ਲਿਖਿਆ ਜਾਵੇ, ਕਈ ਭਾਈ ਸੰਤੋਖ ਸਿੰਘ ਕਹਿ ਰਹੇ ਨੇ, ਕਹਿੰਦੇ ਮੈਂ ਸੰਖੇਪ ਦੇ ਵਿੱਚ ਟੂਕ ਮਾਤਰ ਫਾਰ ਐਗਜ਼ਾਮਪਲ ਇਹ ਦੱਸਣ ਲੱਗਿਆ। ਲਖਨੌਰ ਦੀ ਧਰਤੀ ਤੇ ਮਰਦ ਵਾਧੇ ਫੁੱਲਦੇ ਨੇ, ਨਾਨਕੇ ਪਿੰਡ ਹੈ, ਉੱਥੇ ਖੂਬ ਮਸਤੀ ਕਰਦੇ ਨੇ, ਹੱਸਦੇ ਖੇਡਦੇ ਨੇ, ਨਿਤ ਨਵੇਂ ਚੋਜ ਵਰਤਾਉਂਦੇ ਨੇ। ਚੋਪਈ ਗ੍ਰਾਮ ਨੇੜੀ ਨਿਕਟ ਹੈ, ਘੋਗਾ ਨਾਮ ਮਸੰਦ ਬਸੈਤ ਹੈ। ਕਹਿੰਦੇ ਲਖਨੌਰ ਸਾਹਿਬ ਦੇ ਕੋਲੇ ਪਿੰਡ ਨਨਹੇੜੀ ਅੱਜ ਵੀ ਮੌਜੂਦ ਹੈ। ਉਸ ਪਿੰਡ ਦਾ ਇੱਕ ਮਸੰਦ
ਜਥੇਦਾਰ ਸੀ ਗੁਰੂ ਘਰ ਦਾ, ਸੰਗਤਾਂ ਤੋਂ ਮਾਇਆ ਇਕੱਠੀ ਕਰਕੇ ਗੁਰੂ ਘਰ ਲੈ ਕੇ ਆਉਂਦਾ ਸੀ। ਕਹਿੰਦੇ ਸਿੱਖਾਂ ਨੇ ਉਹਦਾ ਨਾਂ ਰੱਖਿਆ ਸੀ ਘੋਗਾ। ਹੁਣ ਪੰਜਾਬ ਦੀ ਧਰਤੀ ਤੇ ਘੋਗਾ ਕਿਹਨੂੰ ਕਿਹਾ ਜਾਂਦਾ? ਜਿਹੜਾ ਰੱਜਦਾ ਹੀ ਨਹੀਂ ਕਦੇ ਸਤਨਾਮ। ਕਹਿੰਦੇ ਘੋਗੜ ਵਰਗਾ ਹੋਇਆ ਫਿਰਦਾ ਹੈ। ਹੁਣ ਸਿੱਖਾਂ ਨੇ ਨਾਂ ਰੱਖਿਆ, ਬੜੀ ਸੰਗਤ ਦੀ ਮਾਇਆ ਇਕੱਠੀ ਕਰੀ ਫਿਰਦਾ ਹੈ, ਕੋਠੀਆਂ ਬਣਾ ਲੀਆਂ, ਬੰਗਲੇ ਬਣਾ ਲਏ, ਨੀਤ ਫੇਰ ਭੁੱਖੀ। ਇਹੋ ਜਿਹੇ ਬੰਦਿਆਂ ਦਾ ਕੀ ਕਰੋਗੇ ਜਿਨ੍ਹਾਂ ਨੂੰ ਰੱਬ ਨੇ ਦਿੱਤਾ ਵੀ ਸਭ ਕੁਝ, ਪਰ ਉਹਨਾਂ ਕੋਲ ਹੈ ਵੀ ਕੁਝ ਨਹੀਂ। ਦਿੱਤਾ ਵੀ ਬੜਾ ਕੁਝ ਹੋਇਆ, ਹੈ ਕੁਝ ਨਹੀਂ। ਇੱਕ ਐਸੇ ਨੇ ਜਿਨ੍ਹਾਂ ਕੋਲ ਹੈ ਕੁਝ ਨਹੀਂ, ਉਹ ਕਹਿੰਦੇ ਰੱਬ ਨੇ ਦਿੱਤਾ ਬਹੁਤ ਕੁਝ ਹੋਇਆ। ਬੰਦੇ ਕੋਲ ਸਾਫ਼ ਨੀਅਤ ਹੋਵੇ, ਜੇਬ ਦੇ ਵਿੱਚ ਫੁੱਟੀ ਕੌਡੀ ਨਾ ਹੋਵੇ ਤੇ ਜੱਗ ਸਲਾਮਾਂ ਕਰਦਾ। ਪੱਲੇ ਅਰਬਾਂ ਵੀ ਹੋਵੇ, ਚੰਗੀ ਨੀਅਤ ਨਾ ਹੋਵੇ, ਸਮਾਜ ਵਿੱਚ ਉਹ ਬੰਦੇ ਨੂੰ ਲੋਕ ਦੁਰ ਫਿੱਟੇ ਮੂੰਹ ਕਹਿੰਦੇ ਨੇ। ਹੁਣ ਇਹ ਮਸੰਦ ਬੜੀ ਮਾਇਆ ਇਕੱਠੀ ਕਰਿਆ ਕਰੇ, ਥੋੜੀ ਬਹੁਤੀ ਗੁਰੂ ਘਰ ਦੇ ਦਿਆ ਕਰੇ, ਬਾਕੀ ਆਪ ਛਕ ਜਾਂਦਾ ਏ। ਪ੍ਰਥਮ ਗੁਰੂ ਜਬ ਤੀਰਥ ਗਏ, ਤਬ ਸੋ ਮਿਲਿਓ ਹੁਤੋ ਢਿਗ ਆਏ। ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਸਾਮ ਚ ਗਏ, ਉਸ ਪਾਸੇ ਨੂੰ ਗਏ ਸੀ ਨਾ ਮਹਾਰਾਜ ਰਾਜਾ ਰਾਮ ਸਿੰਘ ਦੇ ਨਾਲ, ਉਹਨਾਂ ਸਮਿਆਂ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਪਿੰਡ ਨੰਦੇੜੀ ਵਿੱਚ ਰੁਕੇ, ਮਸੰਦ ਦੇ ਘਰੇ ਆਏ। ਮਰਦ ਨੇ ਉਦੋਂ ਵੀ ਕਿਹਾ, ਕਹਿੰਦੇ ਉਹ ਬਸ ਕਰ, ਜ਼ਹਿਰ ਖਾਣੀ ਬੰਦ ਕਰ ਦੇ। ਕਹਿੰਦਾ ਮਰਦ ਆਪਾਂ ਤੇ ਸੰਗਤ ਦੀ ਮਾਇਆ ਨੂੰ ਹੱਥ ਹੀ ਨਹੀਂ ਲਾਉਂਦੇ। ਮਰਦ ਕਹਿੰਦੇ ਹੱਥ ਤਾਂ ਨਹੀਂ ਲਾਉਂਦਾ, ਪਰ ਛੱਡਦਾ ਵੀ ਨਹੀਂ ਤੂੰ, ਧਿਆਨ ਰੱਖਿਆ ਕਰ। ਕਹਿੰਦਾ ਸਤ ਬਚਨ ਮਹਾਰਾਜ, ਆਪਾਂ ਤਿਆਗ ਕਰ ਦਿੱਤਾ, ਮਾਇਆ ਨੂੰ ਹੱਥ ਨਹੀਂ ਲਾਉਣਾ। ਕਿੰਦਿਕ ਸਮੇਂ ਰਹਿ ਸੰਗ ਗੁਜ਼ਾਰਾ, ਦਰਬ ਲੋਭ ਬਹੁ ਹਿਰਦੇ ਮਝਾਰਾ। ਕਹਿੰਦੇ ਹੁਣ ਮਰਦ ਦੇ ਕੋਲ ਰਿਹਾ ਵੀ, ਸੇਵਾ ਵੀ ਬੜੀ ਕਰਦਾ ਹੈ ਤੇ ਸਾਡੇ ਵਰਗਾ ਹੀ ਹੈ। ਲੋਕ ਤੇ ਆਪਾਂ ਨੂੰ ਵੀ ਸਿੱਖ ਕਹਿੰਦੇ ਨੇ। ਨੀਅਤ ਆਪਣੀ ਚੰਗੀ ਨਹੀਂ, ਲਾਲਚ ਆਪਾਂ ਕਦੇ ਨਹੀਂ ਛੱਡਿਆ, ਰੱਜੇ ਆਪਾਂ ਕਦੇ ਨਹੀਂ। ਫਿਰ ਵੀ ਕਹਿੰਦਾ ਹੈ ਕਲਗੀ ਵਾਲੇ ਪਿਤਾ ਮੈਂ ਤੇ ਸਿੱਖ ਤੇਰਾ ਹੀ ਆਖੋ ਸਤਨਾਮ, ਹਾਂ ਮੈਂ ਤੇਰਾ। ਫਿਰ ਕੀ ਕਰਿਆ ਜਾਵੇ? ਜਦੋਂ ਸਿੱਖ ਬਣ ਗਿਆ, ਲਿਬਾਸ ਪਾਈ ਫਿਰਦਾ, ਲੋਕਾਂ ਦੇ ਸਿੱਖ ਤੈਨੂੰ ਕਹਿਣਾ ਏ, ਪਰ ਸਿਖਾ ਅੰਦਰ ਦੀ ਨੀਅਤ ਉੱਚੀ ਕਰ ਲੈ, ਨੀਅਤ ਤੋਂ ਰੱਜ ਜਾ। ਪੇਟ ਦਾ ਭੁੱਖਾ ਰੱਜ ਸਕਦਾ, ਪਰ ਨੀਅਤ ਦਾ ਭੁੱਖਾ ਕਦੇ ਨਹੀਂ ਰੱਜਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਬੜਾ ਸਮਝਾ ਕੇ ਗਏ, ਕਹਿੰਦੇ ਲਾਲਚ ਛੱਡ ਦੇ, ਕਾਮਯਾਬ ਹੋ ਜਾਏਗਾ। ਕਹਿੰਦਾ ਮਰਦ ਲਓ ਜੀ ਅੱਜ ਛੱਡਤਾ, ਫਿਰ ਕੀ ਹੈ? ਆਓ ਵੇਖਿਆ ਉਹਨੂੰ ਲੁੱਟ ਲਿਆ, ਆਓ ਮਿਲ ਗਿਆ ਉਹਨੂੰ ਲੁੱਟ ਲਿਆ। ਲੋਕਾਂ ਤੋਂ ਪੈਸੇ ਲਈ ਜਾਣੇ, ਕਿਸੇ ਤੋਂ 2000, ਕਿਸੇ ਤੋਂ 500, ਕਿਸੇ ਤੋਂ 100 ਲੈ ਕੇ ਮੁੱਕਰ ਜਿਆ ਕਰੇ, ਆਖੋ ਸਤਨਾਮ। ਹੁਣ ਮਰੇ ਮੁੱਕਰੇ ਦਾ ਕੀ? ਅੱਜ ਦੇ ਸਮੇਂ 'ਚ ਤੁਹਾਡੇ ਤੋਂ ਕੋਈ 10 ਲੱਖ ਲੈ ਕੇ ਮੁੱਕਰ ਜੇ, ਪ੍ਰੂਫ ਨਾ ਹੋਵੇ, ਕੀ ਕਰੋਗੇ? ਜਿੰਨੀਆਂ ਮਰਜ਼ੀ ਸੌਹਾਂ ਖਵਾ ਲਓ, ਮਿੰਟ 'ਚ ਖਾ ਲੈਂਦਾ। ਕਹਿੰਦਾ ਲੈ ਕਸਮ ਲੱਗੇ ਮੈਂ ਤੇ ਲਏ ਨਹੀਂ ਤੇਰੇ ਤੋਂ, ਫਿਰ ਕੀ ਹੋਊਗਾ? ਕਹਿੰਦੇ ਇਹ ਮਸੰਦ ਪ੍ਰਚਲਿਤ ਹੋ ਗਿਆ। ਸਿੱਖ ਵੀ ਕਿਆ ਕਰਨ? ਕਹਿੰਦੇ ਘੋਗੇ ਤੋਂ ਬਚੋ, ਆਖੋ ਸਤਨਾਮ। ਘੋਗਾ ਚਿੱਤ ਕਰਕੇ ਰੱਖ ਦਿੰਦਾ। ਇਹ ਉੱਥੋਂ ਚੱਲਿਆ ਹੋਇਆ ਮੁਹਾਵਰਾ, ਘੋਗਾ ਚਿੱਤ ਕਰਨਾ। ਸੁਣਿਆ ਤੇ ਬੜਾ ਨਾ, ਅੱਜ ਤੱਕ ਪਤਾ ਨਹੀਂ ਸੀ ਕਿੱਥੋਂ ਚੱਲਿਆ। ਲਖਨੌਰ ਸਾਹਿਬ ਤੋਂ ਚੱਲਿਆ, ਨੰਦੇੜੀ ਤੋਂ। ਹੁਣ ਇਸ ਸਿੱਖ ਨੇ, ਘੋਗੇ ਨੇ ਬੜਿਆਂ ਨੂੰ ਲੁੱਟਿਆ। ਸਿੱਖਾਂ ਨੇ ਸ਼ਿਕਾਇਤ ਵੀ ਮਰਦ ਕੋਲ ਲਾਉਣੀ, ਮਰਦ ਕਹਿੰਦੇ ਉਹ ਸੁਧਰ ਜਾ। ਕਹਿੰਦਾ ਗੁਰੂ ਜੀ ਐਵੇਂ ਲੱਗਦੇ ਨੇ ਆਪਣੇ ਤੇ, ਆਪਾਂ ਤੇ ਕਿਸੇ ਦਾ ਬੁਰਾ ਕਰਦੇ ਨਹੀਂ, ਪਰ ਇਸ ਬੰਦੇ ਦੀ ਨੀਅਤ ਵੀ ਮਾੜੀ, ਇਹਦੀ ਸੋਚ ਵੀ ਮਾੜੀ ਹੈ। ਮਾਤਾ ਗੁਜਰੀ ਕੀ ਇੱਕ ਦਾਸੀ, ਸੇਵਾ ਕਰਤ ਰਹਿਤ ਨਿਤ ਪਾਸੀ। ਜੀ ਕਹਿੰਦੇ ਇਹ ਹੋਰ ਵੀ ਪੁੱਠੇ ਸਿੱਧੇ ਕੰਮ ਬਹੁਤ ਕਰਦਾ ਸੀ। ਮਰਦ ਨੇ ਨੂੰ ਕਦੇ ਕੁਛ ਨਾ ਕਿਹਾ, ਗੁਰੂ ਕਦੇ ਕਿਸੇ ਨੂੰ ਕੁਛ ਨਹੀਂ ਆਖਦਾ ਹੁੰਦਾ। ਗੁਰੂ ਨੂੰ ਪਤਾ ਹੈ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਬੰਦਾ ਜੋ ਬੀਜੇਗਾ ਉਹਨੇ ਉਹੀ ਵੱਢਣਾ ਹੈ, ਜੋ ਕਰੇਗਾ ਭਰੇਗਾ। ਤੁਸੀਂ ਵੇਖਦੇ ਹੋ ਨਾ, ਗੁਰੂ ਘਰਾਂ 'ਚ ਗੋਲਕਾਂ ਚੋਰੀ ਹੁੰਦੀਆਂ। ਕੋਈ ਬੇਅਦਬੀ ਕਰ ਗਿਆ ਤੇ ਆ ਪਿੱਛੇ ਜੇ ਇੱਕ ਮੂਰਖ ਜੇ ਸਿੰਗਰ ਨੇ ਆਖਿਆ, ਕਹਿੰਦੇ ਬਾਬਾ ਤੂੰ ਆਪਣੇ ਅੰਗ ਨਹੀਂ ਬਚਾ ਸਕਿਆ। ਉਸ ਮੂਰਖ ਨੂੰ ਇਹ ਨਹੀਂ ਪਤਾ ਵੀ ਗੁਰਬਾਣੀ ਪੜ੍ਹ ਕੇ ਵੇਖ, ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਵੇਖ। ਮਰਦ ਕਹਿੰਦੇ ਜੋ ਕਰਦਾ ਕਰੀ ਜਾਣ ਦੇ, ਤੂੰ ਕਿਉਂ ਦੁਖੀ ਹੈ? ਚੋਰ ਚੋਰੀ ਕਰਦਾ, ਉਹਨੇ ਭਰ ਲੈਣਾ ਤੇ ਤੂੰ ਚਿੰਤਾ ਕਿਉਂ ਕਰੀ ਜਾਂਦਾ ਹੈ? ਇਹ ਤੇ ਕਰਮਾਂ ਦੀ ਗੱਲ ਬਣਾ ਦਿੱਤੀ। ਮੇਰੇ ਸਤਿਗੁਰ ਕਰਾਮਾਤ ਤੇ ਉਹਨਾਂ ਜੇਲ੍ਹ 'ਚ ਬਹਿ ਕੇ ਨਾ ਵਿਖਾਈ, ਤੇ ਹੁਣ ਕੀ ਵਿਖਾਉਣਗੇ? ਉਹ ਕਰਾਮਾਤਾਂ ਵਿਖਾਉਣ ਵਾਲੇ ਨਹੀਂ। ਉਹਨਾਂ ਨੂੰ ਪਤਾ ਹੈ, ਉਹ ਜਾਣਦੇ ਨੇ ਸ੍ਰਿਸ਼ਟੀ ਬਣਾਈ ਐਸੀ ਹੋਈ, ਜਿਹਨੇ ਮਾੜਾ ਕਰਮ ਕੀਤਾ ਉਹਦੀ ਸਜ਼ਾ ਮਿਲਦੀ ਹੈ। ਅੱਜ ਜਿਨ੍ਹਾਂ ਸਤਿਗੁਰਾਂ ਦੀ ਬੇਅਦਬੀ ਕੀਤੀ, ਅੱਧਿਆਂ ਨੂੰ ਸਜ਼ਾ ਮਿਲ ਗਈ, ਅੱਧਿਆਂ ਨੂੰ ਮਿਲ ਜਾਣੀ ਹੈ। ਵਕਤ ਹੈ ਨਾ, ਕਦੇ ਵਕਤ ਰਾਜਾ ਬਣਾ ਦਿੰਦਾ, ਕਦੇ ਠੂਠਾ ਫੜਾ ਕੇ ਮੰਗਣ ਲਾ ਦਿੰਦਾ। ਹੁਣ ਇਹ ਵਕਤ ਇਸ ਮਸੰਦ ਤੇ ਵੀ ਪੈਣਾ। ਲਾਲਚ ਕਰਨਾ, ਝੂਠ ਬੋਲਣਾ, ਹਉਮੈ ਵਿੱਚ ਰਹਿਣਾ, ਬੰਦੇ ਨੂੰ ਬੰਦਾ ਨਾ ਜਾਣਨਾ ਤੇ ਨੀਅਤ ਖੋਟੀ ਰੱਖਣੀ। ਜਦੋਂ ਦੁਨੀਆ ਕੁਝ ਨਾ ਆਖੇ, ਦੁਨੀਆ ਕੁਝ ਨਾ ਕਰੇ, ਫਿਰ ਰੱਬ ਚਪੇੜ ਮਾਰਦਾ। ਸਤਨਾਮ। ਉਹਦੀ ਚਪੇੜ ਦੀ ਆਵਾਜ਼ ਨਹੀਂ ਆਉਂਦੀ।
ਤੇ ਰਹਿੰਦਾ ਵੀ ਕੱਖ ਦਾ ਨਹੀਂ। ਤੇ ਹੁਣ ਹੋਣਾ ਕੀ ਹੈ, ਸਮਾਂ ਇੱਧਰ ਸਮਾਪਤ ਹੋ ਗਿਆ, ਸਿਰਫ 2 ਮਿੰਟ ਰਹਿ ਗਏ ਨੇ। ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ ਅੱਗੇ ਕੀ ਹੋਇਆ। ਇਹ ਮੱਝ ਦੇ ਬਚਪਨ ਦੀ ਖੇਡਾਂ ਨੇ, ਛੋਟੀ ਉਮਰ ਦੀਆਂ। ਵਾਹਿਗੁਰੂ 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 ਵਾਹਿਗੁਰੂ